रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ और मिल के आखो जी। सतनाम श्री वाहिगुरु साहिब जी। वाहिगुरु साहिब जी। माझ महला तीजा। ਏਕਮ ਏਕ ਆਪ ਉਪਾਇਆ। ਦੁਬਿਧਾ ਦੂਜਾ ਤ੍ਰਿਬਿਧ ਮਾਇਆ। ਚੌਥੀ ਪੌੜੀ ਗੁਰਮੁਖ ਉੱਚੀ। ਸੱਚੋ ਸੱਚ ਕਮਾਵਣਿਆ। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन गुरु अमरदास साहिब जी के मुखारबिंद तो उच्चारण किए हुए माझ राग दे अंदर धन गुरु ग्रंथ साहिब जी के पावन अंग 113 के उपर सुभाईमान है। अष्टपदी के रूप में सतगुरु जी ने यह पावन शब्द आपां नूं बख्शिश किया, जिहदे विचों पहले 3 पदियां दी विचार आपां कल दे दीवाना अंदर साझियां कीतियां ने और बाकी रहिंदे शब्द का पाठ आप संगत ने हुण श्रवण किया है। सतगुरु जी ने बड़ी प्यारी और सिक्ख्या मालक जी सानू दे रहे। अज गुरु साहिब जी ने सब तो पहला अकाल पुरख परमेश्वर की जिहड़ी किरत है, मतलब जिहड़ा उन्हें संसार जिहड़ा उन्हें समाज सिरजिया है, इस समाज दे अंदर उन्हें किहड़े किहड़े पक्ष ने जिहड़े सिरजे ने। क्योंकि संसार की बनतर केवल ये नहीं जीवां दा आउणा ते जीवां दा चले जाना, ये संसार की बनतर नहीं है। ये संसार का एक अंग है, समाज का एक अंग है।
ਕਿ ਇਸ ਸੰਸਾਰ ਦੇ ਉੱਤੇ ਜੀਵ ਆਉਂਦੇ ਨੇ, ਜੰਮਦੇ ਨੇ ਤੇ ਮਰ ਜਾਂਦੇ, ਚਲੇ ਜਾਂਦੇ ਨੇ। ਔਰ ਜਦੋਂ ਸਤਿਗੁਰੂ ਜੀ ਨੇ ਪਾਵਨ ਬਾਣੀ ਦਾ ਜ਼ਿਕਰ ਆਪਾਂ ਪਾਵਨ ਬਾਣੀ ਵਿੱਚ ਪੜ੍ਹੇ ਮਾਲਕ ਪਾਤਸ਼ਾਹ ਜੀ ਦੇ ਬੋਲ, ਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਤੇ ਜ਼ਿਕਰ ਕਰਦਿਆਂ ਆਖਿਆ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਪਰਮੇਸ਼ਵਰ ਨੇ ਸੰਸਾਰ ਦੀ ਬਣਤਰ ਕਿਵੇਂ ਬਣਾਈ ਹੈ? ਸਤਿਗੁਰੂ ਕਹਿੰਦੇ ਪਹਿਲੋਂ ਤੇ ਸੱਚ ਹੈ ਤੇ ਪਵਨਾ ਭਇਆ, ਕਿਉਂਕਿ ਜੀਵਨ ਦੀ ਆਰੰਭਤਾ ਪਵਨ ਤੋਂ ਹੈ, ਹਵਾ ਤੋਂ ਹੈ। ਪਹਿਲੋਂ ਉਹਨੇ ਹਵਾ ਦੀ ਸਿਰਜਣਾ ਕੀਤੀ। ਜਿੱਥੇ ਉਹ ਹਵਾ ਦੀ ਸਿਰਜਣਾ ਕਰ ਰਿਹਾ, ਫਿਰ ਹਵਾ ਦੇ ਵਿੱਚ ਹੀ ਜਲ ਹੈ। ਹਵਾ ਵਿੱਚ ਨਮੀ ਹੈ, ਉਹ ਨਮੀ ਜਲ ਦੀ ਪ੍ਰਤੀਕ ਹੈ। ਸੱਚ ਹੈ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਫਿਰ ਪਵਨ ਤੋਂ ਉਹ ਜਲ ਦੀ ਪੈਦਾਵਾਰ ਕਰ ਰਿਹਾ। ਜਲ ਤੇ ਤ੍ਰਿਭਵਨ ਸਾਜਿਆ, ਫਿਰ ਤਿੰਨੇ ਭਵਨਾਂ ਦੀ ਸਿਰਜਣਾ ਉਹ ਜਲ ਦੇ ਰਾਹੀਂ ਕਰ ਰਿਹਾ। ਔਰ ਤਿੰਨੇ ਭਵਨਾਂ ਦੀ ਸਿਰਜਣਾ ਕਰਨ ਤੋਂ ਬਾਅਦ ਵਿੱਚ ਘਟ ਘਟ ਜੋਤ ਸਮੋਏ। ਇੱਕ ਇੱਕ ਕਣ ਦੇ ਅੰਦਰ ਉਹ ਪਰਮੇਸ਼ਵਰ ਆਪਣੀ ਜੋਤ ਟਿਕਾ ਕੇ ਤੇ ਬੈਠ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਜਦੋਂ ਆਪਾਂ ਆਸਾ ਕੀ ਵਾਰ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤੇ ਗੁਰੂ ਬਾਬਾ ਜੀ ਨੇ ਉਹਦੇ ਵਿੱਚ ਵੀ ਇਸ ਗੱਲ ਦਾ ਪ੍ਰਗਟਾਵਾ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸਹਿ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਰੱਬ ਜੀ ਨੇ ਸੰਸਾਰ ਦੀ ਬਣਤਰ ਕੇਵਲ ਇਹ ਨਹੀਂ ਵੀ ਉਹਨੇ ਮਨੁੱਖ ਪੈਦਾ ਕਰ ਦਿੱਤੇ, ਜਾਂ ਉਹਨੇ ਜਾਨਵਰਾਂ ਦੀ ਪੈਦਾਵਾਰ ਕਰ ਦਿੱਤੀ, ਜਾਂ ਉਹਨੇ ਹੋਰ ਕੁਦਰਤੀ ਵਸਤੂਆਂ ਜਿਹੜੀਆਂ ਉਹਨਾਂ ਨੂੰ ਬਣਾਇਆ। ਇਹ ਰੱਬ ਦੀ ਇੱਕ ਕੁਦਰਤ ਹੈ, ਇਹ ਕੁਦਰਤ ਦਾ ਇੱਕ ਅੰਗ ਹੈ, ਉਹਦੀ ਕਿਰਤ ਦਾ ਇੱਕ ਅੰਗ ਹੈ। ਅਸੀਂ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਸਾਰੇ ਸੰਸਾਰ ਤੇ ਸਾਰੇ ਸਮਾਜ ਦੀ ਬਣਤਰ ਦੀ ਬਾਤ ਆਈ, ਤੇ ਗੁਰੂ ਬਾਬਾ ਜੀ ਅੱਜ ਸਭ ਤੋਂ ਪਹਿਲਾਂ ਕਹਿੰਦੇ ਏਕਮ। ਏਕਮ ਦਾ ਮਤਲਬ ਪਹਿਲੇ ਨੰਬਰ ਉੱਤੇ, ਸਭ ਤੋਂ ਪਹਿਲਾਂ ਇੱਕ ਹੈ ਆਪ ਉਪਾਇਆ। ਉਸ ਇੱਕ ਨੇ ਸਭ ਤੋਂ ਪਹਿਲਾਂ ਆਪਣਾ ਆਪ ਪੈਦਾ ਕੀਤਾ। ਜਿਵੇਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦੇ, ਜਿੱਥੇ ਮਾਲਕ ਜੀ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਉਹ ਪਰਮੇਸ਼ਵਰ ਮੌਜੂਦ ਸੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਦੇ ਅੰਦਰ ਜ਼ਿਕਰ ਕਰਦਿਆਂ ਆਖਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਸੀਂ ਉਸ ਰੱਬ ਜੀ ਦੀ ਹੋਂਦ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਕਦੇ ਵੀ ਅਸੀਂ ਇਹ ਨਹੀਂ ਆਖ ਸਕਦੇ ਕਿ ਪਰਮੇਸ਼ਵਰ ਨਹੀਂ ਹੈ, ਜਾਂ ਇਸ ਸਮੇਂ ਵਿੱਚ ਨਹੀਂ ਹੋਵੇਗਾ, ਕਦੇ ਵੀ ਨਹੀਂ। ਸੰਸਾਰ ਨਹੀਂ ਹੈ ਮੰਨਿਆ ਜਾ ਸਕਦਾ ਹੈ। ਸੰਸਾਰ ਸਮਾਜ ਕੱਲ ਨੂੰ ਨਹੀਂ ਹੋਵੇਗਾ, ਇਹ ਵੀ ਜਾਣਿਆ ਜਾ ਸਕਦਾ, ਮੰਨਿਆ ਜਾ ਸਕਦਾ ਹੈ। ਪਰ ਪਰਮੇਸ਼ਵਰ ਨਹੀਂ ਹੈ, ਇਹ ਕਦਾਚਿਤ ਵੀ ਨਹੀਂ। ਜਾਂ ਕੱਲ ਨੂੰ ਪਰਮੇਸ਼ਵਰ ਨਹੀਂ ਹੋਏਗਾ, ਇਸ ਗੱਲ ਨੂੰ ਵੀ ਅਸੀਂ ਕਦੇ ਮੰਨ ਨਹੀਂ ਸਕਦੇ। ਕਿਉਂ ਗੁਰੂ ਨਾਨਕ ਸਾਹਿਬ ਜੀ ਫੈਸਲਾ ਦੇ ਰਹੇ ਵੀ ਉਹ ਸੱਚ ਹੈ, ਸਦੀਵ ਹੋਂਦ ਵਾਲਾ ਹੈ, ਤੇ ਉਹਦੀ ਹੋਂਦ ਐਸੀ ਹੈ ਵੀ ਉਹ ਸ਼ੁਰੂ ਤੋਂ ਬੈਠਾ ਹੈ, ਯੁੱਗਾਂ ਦੇ ਸ਼ੁਰੂ ਤੋਂ ਬੈਠਾ, ਅੱਜ ਵੀ ਹੈ, ਕੱਲ ਵੀ ਹੋਵੇਗਾ, ਕੱਲ ਸੀ ਵੀ ਉਹੀ, ਉਹਦੇ ਤੋਂ ਬਿਨਾਂ ਤੇ ਹੈ ਹੀ ਕੁਝ ਨਹੀਂ। ਹੁਣ ਅੱਜ ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਪਰਮੇਸ਼ਵਰ ਆਪਣੇ ਆਪ ਨੂੰ ਬਣਾਉਂਦਾ ਹੈ। ਆਪੀ ਨੇ ਆਪ ਸਾਜਿਓ, ਸਭ ਤੋਂ ਪਹਿਲਾਂ ਕੀ ਕੀਤਾ ਉਹਨੇ? ਆਪਣਾ ਆਪ ਸਾਜਿਆ। ਏਕਮ ਪਹਿਲੇ ਨੰਬਰ ਦੇ ਉੱਤੇ ਇੱਕ ਹੈ, ਇੱਕ ਨੇ ਆਪ ਉਪਾਇਆ, ਆਪਣਾ ਆਪਾ ਪੈਦਾ ਕੀਤਾ।
ਹੁਣ ਉਦੋਂ ਬਾਅਦ ਵਿੱਚ ਪਰਮੇਸ਼ਵਰ ਕੀ ਕਰਦਾ ਹੈ? ਉਸ ਤੋਂ ਬਾਅਦ ਵਿੱਚ ਸਾਹਿਬ ਜੀ ਕਹਿੰਦੇ ਦੁਬਿਧਾ ਦੂਜਾ ਤ੍ਰਿਵਿਧ ਮਾਇਆ। ਦੂਜੇ ਨੰਬਰ ਦੇ ਉੱਤੇ ਪਰਮੇਸ਼ਵਰ ਨੇ ਦਵੈਤ ਭਾਵਨਾ ਪੈਦਾ ਕੀਤੀ, ਦੁਬਿਧਾ ਪੈਦਾ ਕੀਤੀ। ਤ੍ਰਿਵਿਧ ਮਾਇਆ, ਤੀਜੇ ਨੰਬਰ ਦੇ ਉੱਤੇ ਉਹ ਮਾਇਆ ਦੀ ਸਿਰਜਣਾ ਕਰ ਰਿਹਾ। ਹੁਣ ਖਿਆਲ ਕਰੀਏ, ਉਹ ਪਾਵਨ ਬਚਨ ਜਿਹੜਾ ਆਪਾਂ ਨਾਲ ਸਾਂਝਾ ਕਰਦੇ ਆ ਰਹੇ ਆ, ਦੂਈ ਕੁਦਰਤ ਸਾਜੀ ਹੈ। ਦੂਜੇ ਨੰਬਰ ਤੇ ਕੀ ਸਾਜ ਰਿਹਾ? ਕੁਦਰਤ, ਕੁਦਰਤ ਦੀ ਸਿਰਜਣਾ ਕਰ ਰਿਹਾ। ਹੁਣ ਉਹ ਜਿਹੜਾ ਪਰਮੇਸ਼ਵਰ ਕੁਦਰਤ ਦੀ ਸਾਜਨਾ ਕਰ ਰਿਹਾ, ਕੁਦਰਤ ਕਰ ਕੀ ਰਹੀ ਹੈ? ਦੁਬਿਧਾ। ਉਹ ਸਾਡੇ ਅੰਦਰ ਦੁਬਿਧਾ ਪਾ ਰਹੀ। ਜੀਵ ਕੁਦਰਤ ਦੇ ਅੰਦਰ ਇੰਨਾ ਕੁ ਗਲਤਾਨ ਹੋ ਜਾਂਦਾ ਹੈ ਕਿ ਕਾਦਰ ਭੁੱਲ ਹੀ ਜਾਂਦਾ ਹੈ ਵੀ ਇਹ ਕਾਦਰ ਨਹੀਂ, ਇਹ ਕਾਦਰ ਦੀ ਇੱਕ ਕਿਰਤ ਹੈ। ਸਮਾਜ ਉੱਤੇ, ਸੰਸਾਰ ਉੱਤੇ ਆਉਣ ਵਾਲਾ ਜਿਹੜਾ ਜੀਵ ਹੈ, ਉਹ ਜੀਵ ਕਾਦਰ ਨੂੰ ਚੇਤੇ ਨਹੀਂ ਰੱਖਦਾ, ਕਰਨ ਵਾਲੇ ਨੂੰ ਚੇਤੇ ਨਹੀਂ ਰੱਖਦਾ, ਉਹਦੀ ਕਿਰਤ ਨੂੰ ਚੇਤੇ ਰੱਖਦਾ। ਕਿਰਤਮ ਨਹੀਂ ਉਹਨੇ ਚੇਤੇ ਕੀਤਾ, ਸਿਰਫ ਉਹਦੀ ਕਿਰਤ ਨੂੰ ਚੇਤੇ ਕਰਦਾ ਰਿਹਾ, ਜਾਂ ਉਹਦੀ ਕਿਰਤ ਦੇ ਅੰਦਰ ਹੀ ਗਲਤਾਨ ਹੋ ਕੇ ਰਹਿ ਗਿਆ, ਗਫਲਤ ਵਿੱਚ ਚਲੇ ਗਿਆ। ਸਾਹਿਬ ਜੀ ਆਖਦੇ ਕਿ ਦੂਜੇ ਨੰਬਰ ਦੇ ਉੱਤੇ ਉਸ ਪਰਮੇਸ਼ਵਰ ਨੇ ਦੁਬਿਧਾ ਦੂਜਾ, ਦੁਬਿਧਾ ਪੈਦਾ ਕੀਤੀ, ਕੁਦਰਤ ਪੈਦਾ ਕੀਤੀ। ਉਸ ਕੁਦਰਤ ਦੇ ਕਰਕੇ ਇਨਸਾਨ ਅੰਦਰ ਦੁਬਿਧਾ ਪੈਦਾ ਹੋ ਰਹੀ ਹੈ ਕਿ ਰੱਬ ਕੀ ਹੈ ਜਾਂ ਕਿਸ ਤਰੀਕੇ ਦਾ ਹੈ। ਫਿਰ ਤੀਜੇ ਨੰਬਰ ਦੇ ਉੱਤੇ ਕਹਿੰਦੇ ਤ੍ਰਿਵਿਧ, ਤੀਜੇ ਨੰਬਰ ਤੇ ਮਾਇਆ, ਉਹ ਮਾਇਆ ਦੀ ਸਿਰਜਣਾ ਕਰ ਰਿਹਾ। ਹੁਣ ਇਸ ਮਾਇਆ ਦੇ ਅੰਦਰ ਰਹਿ ਕੇ ਜੀਵ ਇੰਨਾ ਕੁ ਗਲਤਾਨ ਹੋ ਗਿਆ, ਇੰਨਾ ਕੁ ਗਰਸਿਆ ਗਿਆ ਮਾਇਆ ਦੇ ਅਧੀਨ ਆ ਕੇ, ਇਹਦੇ ਤੋਂ ਉਤਾਂ ਉੱਠ ਹੀ ਨਹੀਂ ਸਕਿਆ। ਇਸ ਮਾਇਆ ਦੇ ਅਧੀਨ ਜੀਵ ਇੰਨਾ ਕੁ ਆ ਗਿਆ ਕਿ ਇਹਦੇ ਤੋਂ ਵੱਧ ਕੇ ਇਨਸਾਨ ਨੇ ਦੂਜੀ ਬਾਤ ਸੋਚੀ ਹੋਈ ਨਹੀਂ। ਦੁਬਿਧਾ ਪੈਦਾ ਹੋ ਗਈ ਨਾ ਜਦੋਂ ਕੁਦਰਤ ਬਣਾਈ। ਹੁਣ ਕੁਦਰਤ ਤੇ ਕਾਦਰ ਦੇ ਅੰਦਰ, ਹਾਲਾਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਮਾਲਕ ਜੀ ਬਾਣੀ ਦੇ ਰਾਹੀਂ ਜ਼ਿਕਰ ਕਰਦੇ ਆ, ਆਖਦੇ ਨੇ ਵੀ ਉਹ ਖਾਲਕ ਨੇ ਸਾਰੀ ਖਲਕਤ ਦੀ ਸਿਰਜਣਾ ਕੀਤੀ ਤੇ ਉਹ ਖਲਕਤ ਦੇ ਅੰਦਰ ਆਪ ਬੈਠਾ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ। ਉਹ ਖਾਲਕ ਜਿਹੜਾ ਖਾਲਕ, ਉਹ ਇਸ ਖਲਕਤ ਦੇ ਅੰਦਰ ਬੈਠਾ ਹੈ, ਉਹਨੇ ਆਪਣਾ ਆਪਾ ਇਹਦੇ ਵਿੱਚ ਟਿਕਾਇਆ ਹੈ, ਇਹਦੇ ਤੋਂ ਉਹ ਪਾਸੇ ਨਹੀਂ ਹੈ। ਪਰ ਇਨਸਾਨ ਜਦੋਂ ਆਪਣੀ ਨਜ਼ਰ ਦੇ ਨਾਲ ਖਲਕਤ ਨੂੰ ਵੇਖਦਾ ਹੈ ਤੇ ਉਹ ਸਿਰਫ ਖਲਕਤ ਤੱਕ, ਸੰਸਾਰ ਤੱਕ ਸੀਮਤ ਹੈ। ਉਹਨੇ ਕਦੇ ਖਾਲਕ ਚੇਤੇ ਨਹੀਂ ਕੀਤਾ, ਸਿਰਫ ਖਲਕਤ ਵੇਖ ਰਿਹਾ। ਦੁਬਿਧਾ ਪੈਦਾ ਹੋ ਰਹੀ ਹੈ। ਜਦੋਂ ਦੁਬਿਧਾ ਪੈਦਾ ਹੋਈ, ਤੀਜੇ ਨੰਬਰ ਤੇ ਰੱਬ ਜੀ ਨੇ ਜਦੋਂ ਮਾਇਆ ਦੀ ਸਿਰਜਣਾ ਕੀਤੀ, ਹੁਣ ਮਾਇਆ ਦਾ ਪ੍ਰਭਾਵ ਐਸਾ ਪਿਆ, ਰਜ ਗੁਣ, ਤਮ ਗੁਣ, ਸਤ ਗੁਣ, ਉਹਨੇ ਕਿਸੇ ਪਾਸੇ ਤੋਂ ਵੀ ਨਹੀਂ ਛੱਡਿਆ। ਨਾ ਤੇ ਜੀਵ ਉਹ ਇਹਦੇ ਤੋਂ ਬਚ ਸਕਿਆ ਜਿਹੜਾ ਬਹੁਤ ਤਮੋ ਗੁਣੀ ਹੈ, ਗੁਨਾਹਾਂ ਦੇ ਵਿੱਚ ਹੀ ਫਸਿਆ ਹੋਇਆ, ਉਹ ਵੀ ਗਲਤਾਨ ਹੈ। ਤੇ ਜਿਹੜਾ ਸਤੋ ਗੁਣੀ ਹੈ, ਸਤੋ ਗੁਣੀ ਮਤਲਬ ਚੰਗੇ ਗੁਣਾਂ ਦਾ ਧਾਰਨੀ, ਚੰਗੇ ਗੁਣਾਂ ਦਾ ਧਾਰਨੀ ਵੀ ਮਾਇਆ ਦੇ ਇੱਕ ਰੂਪ ਵਿੱਚ ਗਲਤਾਨ ਹੈ। ਉਹ ਇਸ ਰੂਪ ਵਿੱਚ ਹੀ ਗਲਤਾਨ ਹੋਈ ਬੈਠਾ ਵੀ ਮੇਰੇ ਵਰਗਾ ਸਤੀ ਹੋਈ ਕੋਈ ਨਹੀਂ, ਮੇਰੇ ਵਰਗਾ ਭਲਾ ਹੀ ਕੋਈ ਨਹੀਂ। ਉਹ ਸਤ ਗੁਣ ਵੀ ਇੱਕ ਮਾਇਆ ਦਾ ਅੰਗ ਹੈ ਜਿਹਦੇ ਵਿੱਚ ਆ ਕੇ ਜੀਵ ਚੰਗੇ ਗੁਣਾਂ ਨੂੰ ਅਪਣਾ ਤੇ ਲੈਂਦਾ ਹੈ, ਚੰਗੇ ਗੁਣਾਂ ਦਾ ਧਾਰਨੀ ਤੇ ਹੋ ਜਾਂਦਾ ਹੈ, ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰ ਤੇ ਲੈਂਦਾ ਹੈ। ਪਰ ਇੱਕ ਮਾਇਆ ਦੇ ਰੂਪ ਵਜੋਂ, ਮਾਇਆ ਦੇ ਅੰਸ਼ ਵਜੋਂ ਧਾਰਦਾ ਹੈ, ਕਿਉਂਕਿ ਉਹ ਚੰਗੇ ਗੁਣ ਵੀ ਅੰਦਰ ਇੱਕ ਲਾਲਸਾ ਪੈਦਾ ਕਰਦੇ। ਉਹ ਲਾਲਸਾ ਵਾਹ ਦੀ ਹੈ, ਉਹ ਲਾਲਸਾ ਵਡਿਆਈ ਦੀ ਹੈ। ਤੇ ਉਹ ਜਿਹੜੀ ਅੰਦਰ ਲਾਲਸਾ ਤੇ ਇੱਛਾ ਸ਼ੋਭਾ ਦੀ, ਵਡਿਆਈ ਦੀ ਪੈਦਾ ਹੋ ਰਹੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰ ਰਹੀ ਕਿ ਅਜੇ ਵੀ ਮਨੁੱਖ ਮਾਇਆ ਦੇ ਗੁਣ ਵਿੱਚ ਗਲਤਾਨ ਬੈਠਾ ਹੈ, ਤ੍ਰਿਵਿਧ ਮਾਇਆ। ਹੁਣ ਸਾਹਿਬ ਕਹਿੰਦੇ ਵੀ ਫਿਰ ਇਹ ਸਾਰੀ ਸੰਸਾਰ ਦੀ ਬਣਤਰ ਹੈ, ਰੱਬ ਕਿਵੇਂ ਸਿਰਜੜਿਆ ਹੈ। ਸਭ ਤੋਂ ਪਹਿਲਾਂ ਉਹਨੇ ਆਪਣਾ ਆਪ ਪੈਦਾ ਕੀਤਾ, ਦੂਜੇ ਨੰਬਰ ਤੇ ਉਹਨੇ ਦੁਬਿਧਾ ਪੈਦਾ ਕੀਤੀ, ਤੀਜੇ ਨੰਬਰ ਦੇ ਉੱਤੇ ਉਹਨੇ ਮਾਇਆ ਦੀ ਸਿਰਜਣਾ ਕੀਤੀ। ਫਿਰ ਚੌਥੀ ਪੌੜੀ ਗੁਰਮੁਖ ਉੱਚੀ। ਹੁਣ ਚੌਥੇ ਨੰਬਰ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ, ਦੁਬਿਧਾ,
ਖਤਮ ਕਰ ਲੈਣੀ, ਮਾਇਆ ਵਾਲੇ ਪਾਸੇ ਤੋਂ ਉੱਪਰ ਉੱਠ ਜਾਣਾ। ਇਹ ਦੋ ਚੀਜ਼ਾਂ, ਕਿਉਂਕਿ ਇੱਕ ਤੋਂ ਅਸੀਂ ਕਦੇ ਵੀ ਉੱਪਰ ਨਹੀਂ ਹੋ ਸਕਦੇ। ਏਕਮ ਪਹਿਲੇ ਨੰਬਰ ਤੇ ਉਹਨੇ ਆਪਣਾ ਆਪਾ ਪੈਦਾ ਕੀਤਾ ਨਾ, ਉਹਦੇ ਤੋਂ ਅਸੀਂ ਕਦੇ ਉੱਪਰ ਨਹੀਂ ਉੱਠ ਸਕਦੇ। ਦੁਬਿਧਾ ਤੇ ਮਾਇਆ, ਇਹਨਾਂ ਦੋਵਾਂ ਤੋਂ ਅਸੀਂ ਆਪਣੇ ਆਪ ਨੂੰ ਜਦੋਂ ਉੱਪਰ ਚੁੱਕਾਂਗੇ ਤੇ ਚੌਥੇ ਪਦ ਦੇ ਅਸੀਂ ਪਾਤਰ ਬਣਦੇ ਹਾਂ, ਜਿਹਨੂੰ ਸਤਿਗੁਰੂ ਜੀ ਨੇ ਸਹਿਜ ਅਵਸਥਾ ਵੀ ਕਿਹਾ, ਜਿਹਨੂੰ ਮਾਲਕ ਜੀ ਚੌਥਾ ਪਦ ਕਹਿ ਕੇ ਅੱਜ ਨਿਵਾਜ ਰਹੇ, ਜਾਂ ਗੁਰੂ ਸਾਹਿਬ ਬਾਣੀ ਦੇ ਅੰਦਰ ਦਸਮ ਦੁਆਰ ਦੇ ਰੂਪ ਵਿੱਚ ਜ਼ਿਕਰ ਕਰਦੇ। ਗੁਰੂ ਸਾਹਿਬ ਜੀ ਆਖਦੇ, ਕਹਿੰਦੇ ਚੌਥੀ ਪੌੜੀ ਸਹਿਜ ਦੀ ਉੱਚੀ ਅਵਸਥਾ। ਫਿਰ ਅਕਾਲ ਪੁਰਖ ਇਹ ਨਹੀਂ ਵੀ ਹੁਣ ਇਹ ਮਨੁੱਖ ਆਪ ਬਣਾ ਰਿਹਾ, ਇਹ ਵੀ ਉਸ ਪਰਮੇਸ਼ਵਰ ਦੀ ਬਣਾਈ ਹੈ, ਪਰ ਇਸ ਪੌੜੀ ਨੂੰ ਕੋਈ ਵਿਰਲਾ ਚੜ੍ਹਦਾ। ਜਿਵੇਂ ਦੁਬਿਧਾ ਵਿੱਚ ਹਰ ਕੋਈ ਗਰਸਿਆ ਹੋਇਆ, ਮਾਇਆ ਦੇ ਵਿੱਚ ਹਰ ਕੋਈ ਗਰਸਿਆ ਹੋਇਆ, ਸਹਿਜ ਅਵਸਥਾ ਦੀ ਪੌੜੀ ਕੋਈ ਵਿਰਲਾ ਚੜ੍ਹਦਾ। ਜਦੋਂ ਸਹਿਜ ਅਵਸਥਾ ਦੀ ਬਾਤ ਆਈ ਤੇ ਉਸ ਅਵਸਥਾ ਦਾ ਪਾਤਰ ਕੋਈ ਵਿਰਲਾ ਬਣਿਆ। ਤੇ ਬਣਿਆ ਕੌਣ? ਕਹਿੰਦੇ ਗੁਰਮੁਖ ਉੱਚੀ, ਉਹ ਗੁਰੂ ਵਾਲਾ ਜਿਨ੍ਹਾਂ ਆਪਣੇ ਜੀਵਨ ਦੇ ਅੰਦਰ ਗੁਰੂ ਕੇ ਸ਼ਬਦ ਨੂੰ ਧਾਰ ਲਿਆ, ਗੁਰੂ ਕੇ ਸ਼ਬਦ ਨੂੰ ਅਪਣਾ ਲਿਆ, ਉਹ ਇਸ ਪੌੜੀ ਦਾ ਪਾਤਰ ਬਣਦਾ, ਇਸ ਪੌੜੀ ਤੇ ਚੜ੍ਹਦਾ ਹੈ। ਸੱਚੋ ਸੱਚ ਕਮਾਵਣਿਆ। ਤੇ ਫਿਰ ਉਹ ਜੀਵ ਆਪਣੀ ਜ਼ਿੰਦਗੀ ਦੇ ਅੰਦਰ ਸੱਚ ਨੂੰ ਕਮਾਉਂਦਾ ਹੈ, ਤੇ ਸੱਚ ਨੂੰ ਕਮਾਉਂਦਾ ਹੋਇਆ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ, ਸੱਚ ਦਾ ਹੀ ਰੂਪ ਬਣ ਜਾਂਦਾ ਹੈ। ਸਭ ਹੈ ਸੱਚਾ ਜੇ ਸੱਚੇ ਪਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਗੁਰਮੁਖ ਕਰਨੀ ਸੱਚੇ ਸੇਵਹਿ, ਸਾਚੇ ਜਾਏ ਸਮਾਵਣਿਆ। ਆਪਾਂ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਮਾਲਕ ਜੀ ਕਹਿੰਦੇ ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਰੱਬ ਜੀ ਸਭ ਕੁਝ ਝੂਠ ਹੈ, ਸਿਰਫ ਇੱਕ ਤੁਹਾਡੇ ਤੋਂ ਬਿਨਾਂ। ਸਾਰੀ ਫਿਰ ਜਦੋਂ ਇਸ ਸ਼ਲੋਕ ਨੂੰ ਪੜ੍ਹਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਮੀਆਂ, ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨੇਹ ਲੱਗਾ ਵਿਸਰਿਆ ਕਰਤਾਰ। ਬਾਤ ਤੇ ਇੱਥੇ ਆ ਕੇ ਇਹ ਦੁਬਿਧਾ ਨਾ, ਕੂੜ ਦੇ ਵਿੱਚ ਨੇ ਇੰਨਾ ਕੁ ਲੱਗ ਗਿਆ ਕਿ ਵਿਸਰਿਆ ਕਰਤਾਰ। ਕਰਤਾਰ ਵਿਸਰ ਗਿਆ, ਰੱਬ ਭੁੱਲ ਗਿਆ। ਤੇ ਅਖੀਰ ਵਿੱਚ ਆ ਕੇ ਗੁਰੂ ਬਾਬਾ ਜੀ ਨੂੰ ਜ਼ਿਕਰ ਕਰਕੇ ਆਖਣਾ ਪਿਆ, ਕਹਿੰਦੇ ਨਾਨਕ ਵਖਾਣੈ ਬੇਨਤੀ, ਮੈਂ ਬੇਨਤੀ ਕਰ ਰਿਹਾ ਕਿ ਤੁਧ ਬਾਝ ਕੂੜੋ ਕੂੜ। ਰੱਬ ਜੀ ਤੁਹਾਡੇ ਤੋਂ ਬਿਨਾਂ ਸਭ ਕੁਝ ਝੂਠ ਹੈ। ਅੱਜ ਦਾ ਪਾਵਨ ਸ਼ਬਦ ਪੜੋ। ਸਤਿਗੁਰੂ ਕਹਿੰਦੇ ਸਭ ਹੈ ਸੱਚਾ। ਬੜੀ ਦੁਬਿਧਾ ਗੁਰੂ ਸਾਹਿਬ ਨੇ ਇੱਥੇ ਫਿਰ ਸਾਡੇ ਸਨਮੁਖ ਰੱਖੀ, ਕਹਿੰਦੇ ਸਾਰਾ ਕੁਝ ਹੀ ਸੱਚ ਹੈ। ਇੱਕ ਪਾਸੇ ਕਹਿ ਰਹੇ ਕੂੜ ਰਾਜਾ ਕੂੜ ਪਰਜਾ, ਇੱਕ ਪਾਸੇ ਕਹਿ ਰਹੇ ਸਭ ਕੁਝ ਸੱਚ ਹੈ, ਪਰ ਨਾਲ ਅਗਲਾ ਪੱਖ ਜਿਹੜਾ ਰੱਖਿਆ ਜੇ ਸੱਚੇ ਭਾਵੈ। ਇਸ ਬਾਤ ਨੂੰ ਸਮਝੀਏ। ਉੱਥੇ ਬੇਨਤੀ ਕਰ ਰਹੇ ਵੀ ਤੁਧ ਬਾਝ ਕੂੜੋ ਕੂੜ, ਰੱਬ ਜੀ ਤੇਰੇ ਤੋਂ ਬਿਨਾਂ ਸਭ ਕੁਝ ਝੂਠ ਹੈ, ਤੇ ਜਿਹੜੀ ਚੀਜ਼ ਤੈਨੂੰ ਭਾ ਜਾਏ ਉਹ ਸੱਚੀ ਹੈ, ਉਹ ਕਦੇ ਨਾਸ਼ ਨਹੀਂ ਹੁੰਦੀ। ਵੇਖੋ ਨਾ, ਵਸਤੂ ਹਰ ਇੱਕ ਨਾਸ਼ਵਾਨ ਹੈ, ਇਹਦੇ 'ਚ ਕੋਈ ਅਤ ਕਥਨੀ ਨਹੀਂ। ਗੁਰੂ ਬਾਬਾ ਜੀ ਦਾ ਫੈਸਲਾ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਅਸੀਂ ਇਸ ਫੈਸਲੇ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾ ਕੇ, ਜਾਂ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਇਹਦੇ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ। ਜੋ ਚੀਜ਼ ਬਣੀ ਹੈ ਉਹਨੇ ਟਹਿਣਾ। ਪਰ ਇੱਕ ਫੈਸਲਾ ਗੁਰੂ ਤੇਗ ਬਹਾਦਰ ਸਾਹਿਬ ਹੋਰ ਦਿੰਦੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹਦੂ ਪਹਿਲੋਂ ਆਖਿਆ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ,
ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਾਂ ਬਾਪੂ ਜੀ ਕਹਿੰਦੇ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਰੱਬ ਤੋਂ ਬਿਨਾ ਸੱਚ ਕੁਝ ਨਹੀਂ ਹੈ, ਪਰਮੇਸ਼ਵਰ ਤੋਂ ਬਿਨਾ ਕੁਝ ਸੱਚ ਨਹੀਂ ਹੈ। ਤੇ ਉਹ ਜੀਵ ਵੀ ਸੱਚਾ ਹੋ ਜਾਂਦਾ ਹੈ ਜਿਹੜਾ ਪਰਮੇਸ਼ਵਰ ਨੂੰ ਪਾ ਜਾਂਦਾ ਹੈ। ਜੀਵ ਦੇ ਸੱਚਾ ਹੋ ਜਾਣ ਤੋਂ ਭਾਵ ਜਿਵੇਂ ਪਰਮੇਸ਼ਵਰ ਸਦੀਵ ਹੈ, ਉਹ ਕਦੇ ਨਾਸ਼ ਨਹੀਂ ਹੁੰਦਾ। ਉਹਦਾ ਨਾਮ ਸਦੀਵ ਹੈ, ਉਹ ਕਦੇ ਨਾਸ਼ ਨਹੀਂ ਹੁੰਦਾ, ਉਹ ਅਟੱਲ ਹੈ। ਸਾਨੂੰ ਤੇ ਪਹਿਲੇ ਦਿਨ ਤੋਂ ਜਿੱਦਣ ਆਪਾਂ ਗੁਰੂ ਨਾਨਕ ਦੇ ਮਾਰਗ ਤੇ ਤੁਰੇ, ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਨੂੰ ਪੜ੍ਹਦਿਆਂ ਹੋਇਆਂ ਜਿਸ ਦਿਨ ਆਰੰਭਤਾ ਕੀਤੀ, ਮਾਲਕ ਜੀ ਨੇ ਉਸੇ ਦਿਨ ਸਮਝਾਉਂਦਿਆਂ ਕਹਿ ਦਿੱਤਾ ਵੀ ਉਹ ਤੇ ਸਤਿਨਾਮ ਹੈ ਭਾਈ। ਜਿੱਥੇ ਉਹ ਆਪ ਅਟੱਲ ਹੈ ਉੱਥੇ ਉਹਦਾ ਨਾਮ ਵੀ ਸਦੀਵ ਅਟੱਲ ਹੈ। ਸਾਡਾ ਤੇ ਪਹਿਲਾ ਲੈਸਨ ਹੀ ਇਹ ਹੈ, ਉਹਦਾ ਨਾਮ ਵੀ ਕਦੇ ਨਾਸ਼ ਹੋਣ ਵਾਲਾ ਨਹੀਂ। ਤੇ ਜਿਹੜਾ ਉਹਦੇ ਨਾਮ ਦੀ ਆਰਾਧਨਾ ਕਰਦਾ ਹੈ, ਉਹਨੂੰ ਚੇਤੇ ਕਰਦਾ, ਉਹ ਜੀਵ ਵੀ ਸਦੀਵ ਥਿਰਤਾ ਪਾ ਲੈਂਦਾ ਹੈ, ਉਹ ਕਦੇ ਨਾਸ਼ ਨਹੀਂ ਹੁੰਦਾ। ਨਾਮ ਰੱਖਿਓ ਸਾਧੂ ਰੱਖਿਓ। ਸਰੀਰਕ ਤੌਰ ਉੱਤੇ ਭਾਵੇਂ ਉਹ ਸੰਸਾਰ ਤੋਂ ਕੂਚ ਕਰ ਜਾਏ, ਸਰੀਰਕ ਤੌਰ ਉੱਤੇ ਭਾਵੇਂ ਉਹ ਸੰਸਾਰ ਤੋਂ ਚਲਾ ਜਾਏ, ਪਰ ਸੰਸਾਰ ਉੱਤੇ ਰਹਿੰਦਿਆਂ ਜਿਹੜਾ ਉਹਨੇ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਚਿੰਤਨ, ਰੱਬ ਜੀ ਕੀ ਯਾਦ ਔਰ ਰੱਬ ਜੀ ਕੀ ਕਹਿ ਲੋ ਬੰਦਗੀ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਸ ਬੰਦਗੀ ਨੇ ਉਹ ਜੀਵ ਸਦੀਵ ਵਾਸਤੇ ਸਥਿਰ ਕਰ ਦਿੱਤਾ। ਉਹ ਕਦੇ ਨਾਸ਼ ਨਹੀਂ ਹੋਇਆ। ਸੱਚ ਸਭ ਹੈ ਸੱਚਾ, ਸਭ ਕੁਝ ਸੱਚ ਹੈ, ਪਰ ਕੰਡੀਸ਼ਨ ਹੈ ਜੇ ਸੱਚੇ ਭਾਵੈ, ਜੇ ਕਿਤੇ ਸੱਚ ਨੂੰ ਚੰਗਾ ਲੱਗ ਜਾਏ, ਮਤਲਬ ਰੱਬ ਜੀ ਨੂੰ ਭਾ ਜਾਏ। ਜਿਹੜੀ ਵਸਤੂ ਪਰਮੇਸ਼ਵਰ ਨੂੰ ਭਾ ਗਈ ਜਾਂ ਜਿਹੜਾ ਜੀਵ ਰੱਬ ਜੀ ਨੂੰ ਭਾ ਗਿਆ, ਉਹ ਸੱਚਾ ਬਣ ਜਾਂਦਾ ਹੈ। ਜਿਨ ਸੱਚ ਜਾਤਾ, ਫਿਰ ਜਿਹੜਾ ਸੱਚ ਨੂੰ ਜਾਣ ਲੈਂਦਾ। ਸੱਚ ਨੂੰ ਜਾਣ ਲੈਣ ਤੋਂ ਭਾਵ ਪਰਮੇਸ਼ਵਰ ਨੂੰ ਜਾਣ ਲੈਣਾ। ਜਿਸ ਜੀਵ ਨੇ ਪਰਮੇਸ਼ਵਰ ਦੇ ਨਾਲ ਆਪਣੀ ਸਾਂਝ ਬਣਾ ਲਈ, ਕਹਿੰਦੇ ਸੋ ਸਹਿਜ ਸਮਾਵੈ, ਉਹ ਅਡੋਲ ਅਵਸਥਾ ਦੇ ਅੰਦਰ ਸਹਿਜ ਦੇ ਵਿੱਚ ਟਿਕ ਜਾਂਦਾ ਹੈ। ਔਰ ਗੁਰਮੁਖ ਕਰਨੀ ਸੱਚੇ ਸੇਵੈ, ਗੁਰੂ ਵਾਲਿਆਂ ਦੀ ਉੱਚੀ ਕਰਨੀ ਹੈ ਕਿ ਉਹ ਹਰ ਵਕਤ ਸੱਚ ਨੂੰ ਸੇਵਦੇ ਨੇ, ਰੱਬ ਨੂੰ ਚੇਤੇ ਕਰਦੇ ਨੇ। ਔਰ ਰੱਬ ਜੀ ਨੂੰ ਚੇਤੇ ਕਰਦੇ ਆ ਸਾਚੇ ਜਾਏ ਸਮਾਵਣੇ ਆ, ਉਹ ਜੀਵ ਸੱਚ ਦੇ ਅੰਦਰ ਸਮਾ ਜਾਂਦੇ ਨੇ। ਸਾਡਾ ਜਿਹੜਾ ਮਕਸਦ ਹੈ ਨਾ ਸੰਸਾਰ ਉੱਤੇ ਆ ਕੇ ਜਾਂ ਮਨੁੱਖਾ ਜੀਵਨ ਦੀ ਜਦੋਂ ਬਾਤ ਕਰਦੇ ਆ, ਗੁਰੂ ਸਾਹਿਬ ਜੀ ਫੈਸਲਾ ਦਿੰਦੇ ਆ, ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਸਾਡਾ ਮਕਸਦ ਇਹ ਹੈ, ਅਸੀਂ ਇੱਥੇ ਆ ਕੇ ਕਰ ਭਾਵੇਂ ਬਹੁਤ ਕੁਝ ਰਹੇ ਹਾਂ, ਕਈ ਤਰ੍ਹਾਂ ਦੇ ਕਾਰ ਵਿਹਾਰ, ਕਈ ਤਰ੍ਹਾਂ ਦੇ ਕਰਮ ਅਸੀਂ ਜ਼ਿੰਦਗੀ ਦੇ ਅੰਦਰ ਸਹੇੜੀ ਬੈਠੇ ਹਾਂ, ਕਰ ਰਹੇ ਹਾਂ, ਪਰ ਅਸਲ ਵਿੱਚ ਮਕਸਦ ਇਹ ਸੀ ਜਿਹੜਾ ਸਾਨੂੰ ਇਨਸਾਨ ਹੋਣ ਦੇ ਨਾਤੇ ਮਿਲਿਆ, ਜਿਹੜਾ ਮਨੁੱਖ ਹੋਣ ਦੇ ਨਾਤੇ ਸਾਨੂੰ ਜ਼ਿੰਮੇਵਾਰੀ, ਸਾਡਾ ਫਰਜ਼ ਮਿਲਿਆ, ਉਹ ਇਹ ਸੀ ਕਿ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਲਾਭ ਤੇ ਇਹ ਸੀ, ਪਰ ਅਸੀਂ ਝੂਠ ਕਮਾਇਆ, ਸੱਚ ਨਹੀਂ ਕਮਾਇਆ। ਇਨਸਾਨ ਦੇ ਸਾਹਮਣੇ ਇਹ ਬਾਤ ਜੇ ਕਹੀਏ ਨਾ ਵੀ ਮਨੁੱਖਾ ਤੂੰ ਸਾਰੀ ਜ਼ਿੰਦਗੀ ਝੂਠ ਹੀ ਕਮਾਈ ਜਾਂਦਾ, ਤੇ ਸ਼ਾਇਦ ਕਦੇ ਮੰਨਣ ਲਈ ਤਿਆਰ ਨਾ ਹੋਵੇ। ਹਰ ਬੰਦਾ ਇਹ ਕਹੇਗਾ ਵੀ ਨਹੀਂ ਭਾਈ ਮੈਂ ਅੱਜ ਤੱਕ ਸੱਚ ਤੇ ਪਹਿਰਾ ਦਿੱਤਾ, ਮੈਂ ਕਦੇ ਸੱਚ ਤੋਂ ਬਿਨਾਂ ਕੁਝ ਕਮਾਇਆ ਨਹੀਂ। ਪਰ ਅਸਲ ਦੇ ਅੰਦਰ ਜਦੋਂ ਸੱਚ ਕਮਾਉਣ ਦੀ ਬਾਤ ਆਉਂਦੀ ਤੇ ਸਤਿਗੁਰੂ ਜੀ ਬਾਣੀ ਵਿੱਚ ਸੱਚ ਲਫ਼ਜ਼ ਪਰਮੇਸ਼ਵਰ ਲਈ ਵਰਤਦੇ। ਅੱਜ ਤੱਕ ਰੱਬ ਲਈ ਅਸੀਂ ਕਿੰਨਾ ਕੁ, ਰੱਬ ਜੀ ਨੂੰ ਆਪਣੇ ਜੀਵਨ 'ਚ ਕਿੰਨਾ ਕੁ ਕਮਾਇਆ, ਜਾਂ ਰੱਬ ਜੀ ਦੀ ਬੰਦਗੀ ਆਪਣੀ ਜ਼ਿੰਦਗੀ 'ਚ ਕਿੰਨੀ ਕੁ ਕਮਾਈ? ਝੂਠ ਹੀ ਕਮਾਇਆ ਨਾ। ਉਹਦੇ ਤੋਂ ਬਿਨਾਂ ਸਭ ਕੁਝ ਝੂਠ ਹੈ, ਤੇ ਇਨਸਾਨ ਕਮਾ ਕੀ ਰਿਹਾ? ਝੂਠ ਕਮਾ ਰਿਹਾ। ਜਿੰਨੀ ਰੱਬ ਜੀ ਦੀ ਬੰਦਗੀ ਹੈ ਉਹ ਸੱਚ ਹੈ। ਹੁਣ ਆਪਣੇ ਹੀ ਮਨਾਂ ਵਿੱਚ ਅਸੀਂ ਝਾਤ ਮਾਰ ਕੇ ਵੇਖੀਏ ਵੀ ਅਸੀਂ ਸੱਚ ਕਿੰਨਾ ਕੁ ਕਮਾਇਆ, ਬੰਦਗੀ ਕਿੰਨੀ ਕੁ ਅਸੀਂ ਕੀਤੀ ਹੈ, ਬੰਦਗੀ ਕਿੰਨੀ ਕੁ ਕਮਾਈ ਹੈ, ਤੇ ਦੂਜੇ ਪਾਸੇ ਉਹਦੇ ਪੈਰਲਰ ਅਸੀਂ ਇਹ ਰੱਖ ਕੇ ਵੇਖੀਏ ਵੀ ਝੂਠ ਜ਼ਿੰਦਗੀ 'ਚ ਕਿੰਨਾ ਕੁ ਕਮਾਇਆ। ਜੇ ਅਸੀਂ ਇਸ ਚੀਜ਼ ਨੂੰ ਪੜਚੋਲਾਂਗੇ ਨਾ, ਤੇ ਸ਼ਾਇਦ ਝੂਠ ਵਾਲੇ ਤੇ ਅਸੀਂ ਅੰਬਾਰ ਲਾ ਲਏ, ਪਰ ਸੱਚ ਵਾਲੇ ਪਾਸੇ ਸਾਡੇ ਕੋਲ ਇੱਕ ਕਿਣਕਾ ਵੀ ਨਹੀਂ ਹੋਣਾ। ਕਿਉਂਕਿ ਜੇ
ਕਿਤੇ ਇੱਕ ਕਿਣਕਾ ਵੀ ਸਾਡੇ ਕੋਲ ਸੱਚ ਦਾ ਬਣ ਜਾਂਦਾ ਤੇ ਮਾਲਕ ਕਹਿੰਦੇ ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਜੇ ਕਿਤੇ ਇੱਕ ਕਿਣਕਾ ਵੀ ਸਾਡੇ ਮਨਾਂ ਅੰਦਰ ਸੱਚ ਦਾ ਬਣ ਜਾਂਦਾ ਤੇ ਫਿਰ ਸਾਡੀ ਵੀ ਮਹਿਮਾ ਅਪਾਰ ਬਣ ਜਾਂਦੀ, ਜਾਂ ਅਸੀਂ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਂਦੇ ਜਿਨ੍ਹਾਂ ਦੀ ਬਾਤ ਕਰਦੇ ਆ। ਸਾਹਿਬ ਕਹਿੰਦੇ ਤਾਂ ਕਿ ਮਹਿਮਾ ਗਣੀ ਨਾ ਆਵੇ, ਪਰ ਅਫਸੋਸ ਇਸ ਗੱਲ ਦਾ ਵੀ ਸਾਡੇ ਕੋਲ ਇੱਕ ਕਿਣਕਾ ਵੀ ਅਸੀਂ ਬੰਦਗੀ ਦਾ ਰੱਖ ਨਹੀਂ ਸਕੇ। ਝੂਠ ਤੇ ਅਸੀਂ ਅੰਬਾਰ ਲਾਏ ਹੋਏ ਨੇ, ਉਹ ਬੜੇ ਵੱਡੇ ਅਸੀਂ ਢੇਰ ਲਾਏ, ਪਰ ਸੱਚ ਦਾ ਸਾਡੇ ਕੋਲ ਇੱਕ ਕਿਣਕਾ ਵੀ ਨਹੀਂ। ਸਤਿਗੁਰੂ ਜੀ ਆਖਦੇ ਉਹ ਪਰਮੇਸ਼ਵਰ ਜੀ ਜਿਹਨੂੰ ਜੀਵ ਸੱਚ ਰੂਪ ਜਦੋਂ ਜਾਣ ਲੈਂਦਾ ਹੈ, ਜਾਣ ਕੇ ਤੇ ਸਹਿਜ ਵਿੱਚ ਜੀਵ ਅਡੋਲ ਅਵਸਥਾ ਵਿੱਚ ਟਿਕ ਗਿਆ। ਅਡੋਲ ਅਵਸਥਾ ਵਿੱਚ ਟਿਕ ਜਾਣਾ ਮਤਲਬ ਜ਼ਿੰਦਗੀ ਦਾ ਇੱਕ ਰੌ ਵਿੱਚ ਚੱਲ ਪੈਣਾ। ਦੁੱਖ ਵਿੱਚ ਦੁੱਖ ਦੀ ਪਰਵਾਹ ਕੋਈ ਨਹੀਂ, ਸੁੱਖ ਅੰਦਰ ਆ ਕੇ ਵੀ ਜੀਵ ਪਰਮੇਸ਼ਵਰ ਦਾ ਸ਼ੁਕਰਾਨਾ, ਦੁੱਖ ਵਿੱਚ ਆ ਕੇ ਵੀ ਇਹ ਦਾਤ ਤੇਰੀ ਦਾਤਾਰ, ਉਹਨੂੰ ਆਖਦਾ ਹੈ ਵੀ ਰੱਬ ਜੀਓ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ, ਮੈਂ ਇਹਦੇ ਤੋਂ ਮੁਨਕਰ ਨਹੀਂ ਹੁੰਦਾ। ਮਤਲਬ ਇੱਕ ਰੌ ਦੇ ਅੰਦਰ ਖੁਸ਼ੀ ਵੇਲੇ ਬਹੁਤਾ ਟੱਪਣਾ ਨਹੀਂ ਤੇ ਦੁੱਖ ਵੇਲੇ ਬਹੁਤਾ ਕੁਰਲਾਉਣਾ ਨਹੀਂ, ਸਹਿਜ ਅਵਸਥਾ ਵਿੱਚ ਚੱਲਦੇ ਰਹਿਣਾ। ਜਦੋਂ ਅਸੀਂ ਜਾਣ ਲੈਨੇ ਆ ਕਿ ਰੱਬ ਹੀ ਸੱਚ ਹੈ, ਇਹਦੇ ਤੋਂ ਬਿਨਾ ਝੂਠ ਹੈ, ਜਿੱਦਣ ਇਹ ਬਾਤ ਸਾਡਾ ਮਨ ਸਮਝ ਲਏਗਾ ਉਦਣ ਮਨ ਸਹਿਜ ਵਿੱਚ ਟਿਕ ਜਾਏਗਾ। ਜਿੰਨੀ ਸਾਡੀ ਜ਼ਿੰਦਗੀ ਅੰਦਰ ਸਹਿਜ ਦੇ ਉਲਟ ਕੀ ਹੈ? ਭੱਜ ਦੌੜ। ਭੱਜ ਦੌੜ ਹੈ ਨਾ, ਉਹ ਸਿਰਫ ਝੂਠ ਕਰਕੇ ਹੈ। ਜਿਵੇਂ ਸੰਸਾਰਕ ਤੌਰ ਤੇ ਆਪਾਂ ਬਾਤ ਕਰੀਏ, ਇੱਕ ਇਨਸਾਨ ਝੂਠਾ ਹੈ ਤੇ ਇੱਕ ਸੱਚਾ ਹੈ। ਹੁਣ ਦੋਵੇਂ ਨੇ। ਜਿਹੜਾ ਸੱਚਾ ਹੈ ਉਹ ਬਿਲਕੁਲ ਬੇਖੌਫ ਹੋ ਕੇ ਬੈਠਾ, ਉਹ ਕਹਿੰਦਾ ਆਪਾਂ ਨੂੰ ਕਾਹਦੀ ਪਰਵਾਹ, ਮੈਨੂੰ ਪਤਾ ਮੈਂ ਸੱਚਾ ਹਾਂ ਤੇ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ। ਤੇ ਜਿਹੜਾ ਝੂਠਾ ਹੋਵੇ ਉਹ ਇਨਸਾਨ ਭੱਜ ਦੌੜ ਕਰਦਾ ਫਿਰਦਾ ਵੀ ਮੈਂ ਆਪਣੇ ਝੂਠ ਨੂੰ ਸੱਚ ਸਾਬਤ ਕਿਵੇਂ ਕਰਨਾ। ਉਹ ਸੱਚ ਸਾਬਤ ਕਰਨ ਦੇ ਲਈ ਭੱਜਿਆ ਫਿਰਦਾ, ਯਤਨ ਕਰਦਾ। ਹੈ ਕਿਤੇ ਜੀਵਨ ਅੰਦਰ ਧੀਰਜ? ਹੈ ਕਿਤੇ ਜ਼ਿੰਦਗੀ ਵਿੱਚ ਟਿਕਾ? ਜਾਂ ਉਸ ਵੇਲੇ ਉਹਦੇ ਕੋਲ ਟਿਕਾ ਹੋਵੇ ਜਦੋਂ ਉਹਦੇ ਕੋਲ ਝੂਠ ਹੈ? ਨਹੀਂ। ਸੱਚ ਹਮੇਸ਼ਾ ਧੀਰਜ ਪੈਦਾ ਕਰਦਾ, ਸੱਚ ਹਮੇਸ਼ਾ ਸਬਰ ਪੈਦਾ ਕਰਦਾ, ਝੂਠ ਹਮੇਸ਼ਾ ਬੇਸਬਰੀ ਪੈਦਾ ਕਰਦਾ। ਸੱਚ ਹਮੇਸ਼ਾ ਜ਼ਿੰਦਗੀ ਵਿੱਚ ਟਿਕਾ ਪੈਦਾ ਕਰੇਗਾ, ਝੂਠ ਹਮੇਸ਼ਾ ਜ਼ਿੰਦਗੀ ਜਿਹੜੀ ਨਾ ਉਹਨੂੰ ਭੱਜ ਦੌੜ ਚ ਪਾ ਕੇ ਰੱਖ ਦੇਗਾ। ਸੱਚ ਹਮੇਸ਼ਾ ਸਾਡੇ ਜੀਵਨ ਨੂੰ ਇੱਕ ਸਥਿਰਤਾ ਦੇਗਾ ਤੇ ਝੂਠ ਸਾਡੇ ਜੀਵਨ ਨੂੰ ਸਦਾ ਅਸਥਿਰਤਾ ਦਿੰਦਾ ਹੈ। ਝੂਠਾ ਇਨਸਾਨ ਕਦੇ ਵੀ ਟਿਕਾ ਨਾਲ ਬੈਠ ਨਹੀਂ ਸਕਦਾ। ਉਹਨੂੰ ਇੱਕ ਤਾਂਘ ਹੈ, ਉਹਦੇ ਮਨ ਅੰਦਰ ਇੱਕ ਖੌਫ, ਇੱਕ ਡਰ ਹੈ ਕਿਤੇ ਝੂਠ ਮੇਰਾ ਲੋਕਾਂ ਦੇ ਸਾਹਮਣੇ ਨਾ ਆ ਜਾਏ। ਆਪਣੇ ਝੂਠ ਨੂੰ ਛੁਪਾਉਣ ਦੇ ਲਈ ਉਹ ਹਰ ਵਕਤ ਯਤਨ ਕਰਦਾ ਫਿਰਦਾ। ਤੇ ਸੱਚਾ ਉਹਨੂੰ ਖੌਫ ਹੀ ਕੋਈ ਨਹੀਂ। ਸੱਚ ਹੈ ਮੇਰੇ ਕੋਲ, ਮੈਂ ਇਹਦੇ ਤੋਂ ਇਨਕਾਰੀ ਨਹੀਂ, ਮੁਨਕਰ ਨਹੀਂ। ਤੇ ਜਦੋਂ ਮੈਂ ਸੱਚਾ ਹਾਂ, ਕੋਈ ਜਿੰਨਾ ਮਰਜ਼ੀ ਯਤਨ ਕਰ ਲਏ, ਮੈਨੂੰ ਸੱਚ ਤੇ ਭਰੋਸਾ ਹੈ, ਮੇਰਾ ਪਹਿਰਾ ਸੱਚ ਦੇ ਉੱਤੇ ਹੈ। ਉਹ ਧੀਰਜ ਨਾਲ ਬੈਠਾ, ਟਿਕਾ ਨਾਲ ਬੈਠਾ, ਉਹਨੂੰ ਖੌਫ ਕੋਈ ਨਹੀਂ। ਮਾਲਕ ਜੀ ਕਹਿੰਦੇ ਜਿਹੜੇ ਜੀਵਾਂ ਨੇ ਸੱਚ ਜਾਣ ਲਿਆ ਉਹ ਸਹਿਜ ਵਿੱਚ ਸਮਾ ਗਏ ਔਰ ਗੁਰੂ ਦੇ ਰਾਹੀਂ ਉਹ ਉੱਚੀ ਕਰਨੀ ਦੇ ਪਾਤਰ ਬਣ ਗਏ, ਸੱਚੀ ਕਰਨੀ ਦੇ ਪਾਤਰ ਬਣ ਗਏ। ਔਰ ਉੱਚੀ ਕਰਨੀ ਦੇ ਪਾਤਰ ਬਣੇ ਹੋਏ ਜੀਵ ਸੱਚ ਨੂੰ ਸੇਵਦੇ, ਸੱਚ ਨੂੰ ਚੇਤੇ ਕਰਦੇ ਔਰ ਅਖੀਰ ਜਾ ਸੱਚ ਦੇ ਵਿੱਚ ਹੀ ਸਮਾ ਜਾਂਦੇ ਹਨ। ਸੱਚੇ ਬਾਝੋ ਕੋ ਅਵਰ ਨਾ ਦੁਆ, ਦੂਜੇ ਲਾਗ ਜਗ ਖਪ ਖਪ ਮੁਆ। ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਸੱਚੇ ਬਾਝੋਂ ਕੋ ਅਵਰ ਨਾ ਦੂਆ। ਸੱਚ ਤੋਂ ਬਿਨਾ ਕੋਈ ਦੂਜਾ ਨਹੀਂ ਹੈ, ਮਤਲਬ ਪਰਮੇਸ਼ਵਰ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਕੁਦਰਤ ਨੂੰ ਅਸੀਂ ਰੱਬ ਦਾ ਰੂਪ ਕਹਿੰਦੇ ਹਾਂ ਕਿਉਂਕਿ ਬਣਾਈ ਰੱਬ ਦੀ ਹੋਈ ਹੈ, ਰੱਬ ਇਹਦੇ ਵਿੱਚ ਬੈਠਾ। ਕੁਦਰਤ ਨੂੰ ਰੱਬ ਦਾ ਰੂਪ ਜਾਣ ਕੇ ਤੇ ਕੁਦਰਤ ਦੀ ਸੇਵਾ ਵਿੱਚ ਲੱਗ ਜਾਣਾ, ਕੁਦਰਤ ਨੂੰ ਸੇਵਨ ਲੱਗ ਜਾਣਾ।
ਕੁਦਰਤ ਦੀ ਸੇਵਾ ਵਿੱਚ ਲੱਗ ਜਾਣਾ ਮਤਲਬ ਕੁਦਰਤ ਦੀ ਸੰਭਾਲ ਕਰਨੀ। ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਦਇਆਲਤਾ ਤੇ ਭਲਾਈ ਦਾ ਪ੍ਰਗਟਾਵਾ ਕਰ ਰਹੇ ਹਾਂ, ਵੀ ਕੁਦਰਤ ਦੀ ਸੰਭਾਲ ਕਰ ਰਹੇ। ਪਰ ਦੂਜੇ ਪਾਸੇ ਰੱਬ ਜੀ ਨੂੰ ਛੱਡ ਕੇ ਕੁਦਰਤ ਦੀ ਸੰਭਾਲ ਕਰਨ ਦੀ ਬਜਾਏ ਅਸੀਂ ਇਹਦੇ ਵਿੱਚ ਗਲਤਾਨ ਹੋ ਜਾਂਦੇ ਹਾਂ। ਜਦੋਂ ਅਸੀਂ ਗਲਤਾਨ ਹੋ ਜਾਂਦੇ ਹਾਂ, ਕਿਉਂਕਿ ਇੱਕ ਤੇ ਰੱਬ ਜੀ ਨੇ ਜਦੋਂ ਆਪਾਂ ਸਤਿਗੁਰੂ ਜੀ ਕੀ ਬਾਣੀ ਪੜ੍ਹਦੇ ਨਾ, ਇੱਕ ਸ਼ਿਵ ਔਰ ਦੂਜੀ ਸ਼ਕਤੀ, ਦੋ ਚੀਜ਼ਾਂ ਨੇ। ਇੱਕ ਰੱਬ ਤੇ ਦੂਜੀ ਰੱਬ ਦਾ ਪਰਛਾਵਾਂ ਕਹਿ ਲਓ, ਰੱਬ ਦੀ ਤਾਕਤ ਜਿਹੜੀ ਉਹਨੇ ਆਪ ਪੈਦਾ ਕੀਤੀ ਹੈ, ਜਿਹਨੂੰ ਅਸੀਂ ਮਾਇਆ ਕਹਿ ਸਕਦੇ ਹਾਂ, ਜਿਹਨੂੰ ਰੱਬ ਦਾ ਪਰਛਾਵਾਂ ਵੀ ਕਿਹਾ ਜਾਂਦਾ। ਇਹ ਦੋਨੇ ਚੀਜ਼ਾਂ ਨੇ, ਜਾਂ ਰੱਬ ਹੈ ਜਾਂ ਪਰਛਾਵਾਂ ਹੈ। ਜਿਹੜਾ ਤੇ ਜੀਵ ਰੱਬ ਨਾਲ ਜੁੜ ਜਾਂਦਾ ਹੈ ਉਹ ਤੇ ਕਰਦਾ ਹੈ ਆਪਣੇ ਜੀਵਨ ਅੰਦਰ ਧੀਰਜ, ਸਹਿਜ, ਟਿਕਾ, ਇਹ ਚੀਜ਼ਾਂ। ਤੇ ਪਰਛਾਵੇਂ ਨਾਲ ਜੁੜਨ ਵਾਲਾ ਕਦੇ ਟਿਕਾ ਨਹੀਂ ਹਾਸਲ ਕਰ ਸਕਦਾ। ਭਾਵੇਂ ਆਪਣੀ ਹੀ ਗੱਲ ਕਰ ਲਈਏ, ਅਸੀਂ ਆਪਣੇ ਪਰਛਾਵੇਂ ਨੂੰ ਜੇ ਫੜਨਾ ਚਾਹੀਏ ਤੇ ਕੀ ਟਿਕਾ ਹੋ ਸਕਦਾ? ਮੇਰੀ ਕਾਇਆ ਦਾ ਪਰਛਾਵਾਂ ਜਿਹੜਾ ਮੈਂ ਉਹਨੂੰ ਫੜਨਾ ਚਾਹਾਂ, ਕੀ ਮੈਂ ਪਰਛਾਵਾਂ ਫੜ ਸਕਦਾ ਹਾਂ? ਕਦੇ ਵੀ ਨਹੀਂ। ਹਾਂ, ਇੱਕ ਹੱਥ ਦੇ ਨਾਲ ਮੈਂ ਆਪਣੇ ਦੂਜੇ ਹੱਥ ਨੂੰ ਪਕੜ ਲਵਾਂ ਤੇ ਮੈਨੂੰ ਪਰਛਾਵੇਂ ਵਿੱਚ ਨਜ਼ਰ ਆਏਗਾ ਵੀ ਮੈਂ ਆਪਣਾ ਪਰਛਾਵਾਂ ਵੀ ਫੜ ਲਿਆ। ਪਰ ਫੜਿਆ ਅਸਲ ਵਿੱਚ ਕੀ ਹੈ? ਮੈਂ ਆਪਣੇ ਆਪ ਨੂੰ ਆਪ ਫੜਿਆ, ਪਰਛਾਵਾਂ ਨਹੀਂ। ਇਨਸਾਨ ਪਰਛਾਵੇਂ ਮਗਰ ਦੌੜ ਰਿਹਾ, ਇਹਦੀ ਸਭ ਤੋਂ ਵੱਡੀ ਗੁਸਤਾਖੀ ਜਿਹੜੀ ਕਹਿ ਸਕਦੇ। ਇਹਨੇ ਅਸਲੀਅਤ ਪਿੱਛੇ ਜਾਣ ਦੀ ਬਜਾਏ, ਸੱਚ ਨੂੰ ਫੜਨ ਦੀ ਬਜਾਏ ਜਾਂ ਸੱਚ ਦੇ ਨਾਲ ਜੁੜਨ ਦੀ ਬਜਾਏ ਇਹ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼, ਪਰਛਾਵੇਂ ਨਾਲ ਜੁੜਨ ਦੀ ਕੋਸ਼ਿਸ਼ ਤੇ ਪਰਛਾਵੇਂ ਤੱਕ ਆਪਣੀ ਪਹੁੰਚ ਬਣਾਉਣ ਦਾ ਯਤਨ ਕਰ ਰਿਹਾ। ਤੇ ਸਤਿਗੁਰੂ ਕਹਿੰਦੇ, ਸੱਚੇ ਬਾਝੋਂ ਕੋ ਅਵਰ ਨਾ ਦੂਆ, ਦੂਜੇ ਲਾਗ ਜਗ ਖਪ ਖਪ ਮੂਆ। ਜੇ ਕੋਈ ਪਰਛਾਵੇਂ ਨਾਲ ਲੱਗ ਵੀ ਜਾਂਦਾ ਹੈ ਨਾ, ਤੇ ਸਾਹਿਬ ਕਹਿੰਦੇ ਉਹ ਖਪ ਖਪ ਕੇ ਮਰਦਾ ਹੀ ਹੈ, ਉਹਦੇ ਕੋਲ ਬਿਨਾਂ ਖਪਣ ਤੋਂ ਕੁਝ ਨਹੀਂ। ਕਿਉਂਕਿ ਪਰਛਾਵੇਂ ਮਗਰ ਭੱਜਣ ਵਾਲਿਆਂ ਨੇ ਅੱਜ ਤੱਕ ਪਰਛਾਵਾਂ ਨਹੀਂ ਫੜਿਆ। ਇਹ ਹੋ ਸਕਦਾ ਹੈ ਕਿ ਪਰਛਾਵਾਂ ਫੜਨ ਦੀ ਬਜਾਏ ਅਸੀਂ ਪਰਛਾਵੇਂ ਨੂੰ ਆਪਣੇ ਮਗਰ ਲਾ ਲਈਏ, ਉਹ ਸਾਡੇ ਮਗਰ ਚੱਲ ਪਏ। ਪਰ ਇਹ ਕਦੇ ਨਹੀਂ ਹੋਇਆ ਕਿ ਅਸੀਂ ਪਰਛਾਵੇਂ ਦੇ ਮਗਰ ਤੁਰੇ ਜਾਂਦੇ ਹਾਂ, ਪਰਛਾਵੇਂ ਨੂੰ ਫੜ ਲਾਂਗੇ, ਕਦੇ ਨਹੀਂ। ਇਹ ਆਪਾਂ ਅਕਸਰ ਜਦੋਂ ਵਿਚਾਰ ਸਾਂਝੀ ਕਰਦੇ ਹਾਂ ਤੇ ਆਖੀਦਾ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਇੱਕ ਸੂਰਜ ਦੀ ਨਿਆਈ ਹੈ, ਤੇ ਜਿਵੇਂ ਉਹ ਸੂਰਜ ਦੇ ਸਨਮੁਖ ਸਾਡਾ ਮੁੱਖ ਹੋਏਗਾ, ਮਤਲਬ ਸੂਰਜ ਵੱਲ ਸਾਡਾ ਮੁੱਖ ਹੋਏਗਾ, ਤੇ ਸਾਡਾ ਪਰਛਾਵਾਂ ਸਾਡੀ ਬੈਕ ਸਾਈਡ ਹੋਏਗਾ। ਤੇ ਜੇ ਅਸੀਂ ਸੂਰਜ ਵੱਲ ਪਿੱਠ ਕਰ ਲਈਏ ਤੇ ਸਾਡਾ ਪਰਛਾਵਾਂ ਸਾਡੇ ਤੋਂ ਅਗਾਂਹ ਵੱਧ ਜਾਂਦਾ। ਇਸੇ ਤਰ੍ਹਾਂ ਕਹਿ ਸਕਦੇ ਹਾਂ, ਜਿੱਦਣ ਤੇ ਮੁੱਖ ਸਾਡਾ ਪਰਮੇਸ਼ਵਰ ਵੱਲ ਹੋਏਗਾ, ਉਦਣ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਵਰ ਵਸਾ ਲਿਆ, ਪਰ ਜਿਹੜਾ 9 ਨਿਧੀਆਂ ਤੇ 18 ਸਿੱਧੀਆਂ ਦੇ ਮਗਰ ਦੌੜ ਪਏ, ਉਹ ਜੀਵ ਪਰਮੇਸ਼ਵਰ ਵੱਲ ਪਿੱਠ ਕਰ ਲੈਂਦਾ। ਤੇ ਜਿਹਦੀ ਪਿੱਠ ਰੱਬ ਵੱਲ ਹੋ ਜਾਏ, ਉਹ ਚਾਹ ਕੇ ਵੀ ਕਦੇ ਰਿਧੀਆਂ ਸਿੱਧੀਆਂ ਪਕੜ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਕਿ ਉਹ ਪਰਮੇਸ਼ਵਰ ਨੇ ਸੱਚੇ ਬਾਝੋਂ ਕੋ ਅਵਰ ਨਾ ਦੂਆ, ਦੂਜੇ ਲਾਗ ਜਗ ਖਪ ਖਪ ਮੂਆ। ਦੂਜੇ ਵਿੱਚ ਲੱਗ ਕੇ ਜਗਤ ਖਪ ਖਪ ਕੇ ਮਰਦਾ ਹੈ। ਤੇ ਗੁਰਮੁਖ ਹੋਵੇ, ਜਿਹੜਾ ਗੁਰੂ ਵਾਲਾ ਬਣ ਜਾਂਦਾ, ਸੋ ਏਕੋ ਜਾਣੈ। ਉਹ ਇੱਕ ਨੂੰ ਜਾਣਦਾ ਹੈ, ਇੱਕ ਨੂੰ ਸਮਝ ਲੈਂਦਾ, ਇੱਕ ਨੂੰ ਪਛਾਣ ਲੈਂਦਾ। ਇੱਕੋ ਸੇਵ ਸੁਖ ਪਾਵਣਿਆ, ਤੇ ਉਹ ਸਮਝ ਲੈਂਦਾ ਕਿ ਇੱਕ ਨੂੰ ਸੇਵਨ ਤੋਂ ਬਿਨਾਂ ਕਦੇ ਸੁੱਖ ਨਹੀਂ ਮਿਲਣਾ। ਜਿੰਨਾ ਚਿਰ ਮੈਂ ਇੱਕ ਨੂੰ ਚੇਤੇ ਨਹੀਂ ਕਰਦਾ, ਉਹਨਾਂ ਚਿਰ ਸੁੱਖ ਨਹੀਂ। ਕਿਉਂਕਿ ਦੂਜੇ ਵਿੱਚ ਲੱਗ ਕੇ ਜਗ ਸਾਰਾ ਖੱਪ ਕੇ ਮਰਦਾ ਵੇਖਿਆ। ਅੱਜ ਮੈਂ ਆਪਣਾ ਆਪਾ ਇੱਕ ਨਾਲ ਜੋੜਿਆ ਤੇ ਜ਼ਿੰਦਗੀ ਵਿੱਚ ਸੁੱਖ ਬਣਿਆ। ਜਗਤ ਸਾਰਾ, ਸੰਸਾਰ ਸਾਰਾ ਦੂਜੇ ਪਿੱਛੇ ਲੱਗਾ ਹੋਇਆ ਖੱਪ ਕੇ ਮਰਦਾ ਵੇਖਿਆ। ਪਰ ਸਾਹਿਬ ਕਹਿੰਦੇ, ਜਿੱਦਣ ਇੱਕ ਨਾਲ ਜੁੜੇ ਉਦਣ ਜੀਵ ਸੁੱਖ ਨਾਲ ਭਰਪੂਰ ਆਪਣਾ ਜੀਵਨ ਬਣਾ ਲੈਂਦਾ, ਜਾਂ ਇਉਂ ਕਹਿ ਲਓ ਸੁੱਖ ਭਰੀ ਜ਼ਿੰਦਗੀ ਦਾ ਪਾਤਰ ਮਾਲਕ ਬਣ ਜਾਂਦਾ ਹੈ। ਉਹ ਜੀਵ
ਜਿਹੜਾ ਆਪਣਾ ਆਪਾ ਸੱਚ ਦੇ ਨਾਲ ਜੋੜ ਲੈਂਦਾ ਹੈ, ਗੁਰੂ ਵਾਲਾ ਬਣ ਕੇ ਜਿਹੜਾ ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਅੰਦਰ ਅਪਣਾ ਲੈਂਦਾ ਹੈ, ਗੁਰੂ ਕੇ ਸ਼ਬਦ ਦੀ ਕਮਾਈ ਆਪਣੀ ਜ਼ਿੰਦਗੀ ਅੰਦਰ ਪਾ ਲੈਂਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਰਹਾਉ ਦੀ ਪੰਕਤੀ 'ਚ ਸਮਝਾਉਂਦਿਆਂ ਇਹੋ ਆਖਿਆ, ਸ਼ਬਦ ਸੂਝੈ ਤਾਂ ਮਨ ਸਿਉ ਲੂਝੈ, ਮਨਸਾ ਮਾਰ ਸਮਾਵਣਿਆ। ਜਿਨਨੇ ਗੁਰੂ ਕਾ ਸ਼ਬਦ ਕਮਾਇਆ ਉਹੀ ਅਸਲ ਦੇ ਅੰਦਰ ਜੀਵ ਗੁਰੂ ਵਾਲਾ ਬਣ ਕੇ ਇੱਕ ਦੇ ਨਾਲ ਜੁੜਦਾ ਹੈ, ਤੇ ਇੱਕ ਨਾਲ ਜੁੜਿਆ ਹੀ ਜੀਵ ਸੁਖ ਪਾਉਂਦਾ ਹੈ। ਜੀ ਜੰਤ ਸਭ ਸ਼ਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਅਨ ਦਿਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਜੀ ਜੰਤ ਸਭ ਸ਼ਰਨ ਤੁਮਾਰੀ, ਕਿਸੇ ਦੀ ਆਪਣੀ ਪਾਇਆ ਨਹੀਂ, ਹਰ ਜੀਵ ਉਹਦੀ ਸ਼ਰਨ ਵਿੱਚ ਹੈ। ਕੋਈ ਸਾਡੀ ਹੈਸੀਅਤ ਨਹੀਂ ਹੈ। ਅਸੀਂ ਭਾਵੇਂ ਜਿੰਨਾ ਚਿਰ ਸਵਾਸ ਚੱਲਦੇ ਨੇ ਉਹਨਾਂ ਚਿਰ ਹੈਸੀਅਤ ਤੇ ਛੱਡੋ, ਆਪਣੇ ਆਪ ਨੂੰ ਬਹੁਤ ਵੱਡੇ ਦੱਸਦੇ ਆ, ਪਰ ਸਾਰੀ ਖੇਡ ਸਵਾਸਾਂ ਤੱਕ ਦੀ ਹੈ। ਤੇ ਸਵਾਸ ਸਾਡੇ ਆਪਦੇ ਨਹੀਂ, ਸਵਾਸ ਸਾਨੂੰ ਪਰਮੇਸ਼ਵਰ ਦੇ ਰਿਹਾ, ਰੱਬ ਦੇ ਰਿਹਾ, ਸਾਡੇ ਆਪਣੇ ਨਹੀਂ। ਜਾਂ ਇਉਂ ਕਹਿ ਲਓ ਵੀ ਉਹਦੇ ਦਿੱਤੇ ਹੋਏ ਉਧਾਰ ਸਵਾਸ ਅਸੀਂ ਲੈ ਰਹੇ ਹਾਂ, ਤੇ ਜਿੱਦਣ ਉਹਦਾ ਚਿੱਤ ਕੀਤਾ ਉਦਣ ਉਹਨੇ ਸਵਾਸ ਦੇਣੇ ਸਾਨੂੰ ਬੰਦ ਕਰ ਦੇਣੇ, ਸਾਡੇ ਆਪਣੇ ਨਹੀਂ। ਪਰ ਜਿੰਨਾ ਚਿਰ ਸਵਾਸ ਚੱਲਦੇ ਨੇ ਉਹਨਾਂ ਚਿਰ ਇਨਸਾਨ ਮੈਂ ਮੇਰੀ ਦਾ ਦਾਅਵਾ ਬਹੁਤ ਕਰਦਾ ਹੈ ਵੀ ਜ਼ਿੰਦਗੀ ਮੇਰੀ ਹੈ, ਜੀਵਨ ਮੇਰਾ ਹੈ, ਤੇ ਮੈਂ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ, ਮੈਂ ਮੇਰੀ ਦਾ ਦਾਅਵਾ ਜਿਹੜਾ। ਪਰ ਸਤਿਗੁਰੂ ਜੀ ਕਹਿੰਦੇ ਭਾਵੇਂ ਲੱਖ ਇਨਸਾਨ ਮੈਂ ਮੇਰੀ ਦਾ ਦਾਅਵਾ ਕਰੇ, ਰੱਬ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ। ਉਹਦੀ ਸ਼ਰਨ ਵਿੱਚ ਉਹਦੇ ਅਧੀਨ ਹੀ ਸਾਨੂੰ ਰਹਿਣਾ ਪੈਂਦਾ। ਅਸੀਂ ਲੱਖ ਕੋਸ਼ਿਸ਼ ਕਰ ਲਈਏ, ਰੱਬ ਤੋਂ ਅਸੀਂ ਕਦੇ ਬਾਹਰ ਨਹੀਂ ਹੋ ਸਕਦੇ। ਜਦੋਂ ਸਾਡੀ ਪਾਇਆਂ ਦੀ ਬਾਤ ਆਉਂਦੀ ਹੈ, ਪਾਇਆਂ ਦੀ ਸਾਨੂੰ ਉਦਣ ਪਤਾ ਲੱਗਦਾ ਜਿੱਦਣ ਸਰੀਰ ਵਿੱਚੋਂ ਸਵਾਸ ਮੁੱਕ ਜਾਂਦੇ। ਹੋਂਦ ਤੇ ਹੈ ਨਾ, ਸਾਡਾ ਸਰੀਰ ਵੀ ਹੈ, ਅੱਖਾਂ ਵੀ ਉਸੇ ਤਰ੍ਹਾਂ ਨੇ, ਕੰਨ ਵੀ ਉਸੇ ਤਰ੍ਹਾਂ, ਨੱਕ ਉਸੇ ਤਰ੍ਹਾਂ, ਹੱਥ ਪੈਰ, ਹਰ ਸਰੀਰਕ ਅੰਗ ਉਸੇ ਤਰ੍ਹਾਂ। ਪਰ ਉਦਣ ਇਹ ਇਨਸਾਨ ਆਪਣੇ ਪੈਰਾਂ ਤੇ ਖੜੋ ਕੇ ਇਹ ਨਹੀਂ ਕਹਿ ਸਕਦਾ ਵੀ ਆਹ ਵੇਖੋ ਮੈਂ ਆਪਣੇ ਪੈਰਾਂ ਤੇ ਆਪ ਖੜੋਤਾ। ਜਾਂ ਇਨਸਾਨ ਆਪਣੇ ਹੱਥਾਂ ਦੇ ਨਾਲ ਕਰਮ ਕਰਦਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਵਰਗਾ ਕਰਮ ਕੋਈ ਕਰਕੇ ਵਿਖਾਓ ਜਿਹੜਾ ਮੈਂ ਆਪਣੇ ਹੱਥਾਂ ਨਾਲ ਕੀਤਾ। ਇਸੇ ਤਰ੍ਹਾਂ ਇਨਸਾਨ ਦੇ ਕੋਲ ਅੱਖਾਂ ਤੇ ਮੌਜੂਦ ਨੇ, ਪਰ ਸਾਰੀ ਖੇਡ ਰੱਬੀ ਜੋਤ ਦੀ ਹੈ। ਜਿੱਦਣ ਜੋਤ ਨਿਕਲ ਗਈ ਅੱਖਾਂ ਉਹੀ ਨੇ, ਪਰ ਉਦਣ ਇਨਸਾਨ ਆਪਣੀ ਜ਼ੁਬਾਨ ਤੋਂ ਬੋਲ ਕੇ ਨਹੀਂ ਕਹਿ ਸਕਦਾ ਮੇਰੀ ਨਜ਼ਰ ਬਹੁਤ ਤੇਜ਼ ਹੈ। ਉਦਣ ਖਤਮ ਹੋ ਜਾਂਦੀ ਸਾਰੀ ਪਾਇਆ। ਅਸਲ 'ਚ ਸਮਝ ਉਦਣ ਲੱਗਦੀ ਵੀ ਸਾਡੀ ਪਾਇਆਂ ਤੇ ਕੁਛ ਵੀ ਨਹੀਂ, ਸਾਡੀ ਪਾਇਆਂ ਤੇ ਉਹ ਜਿਹੜਾ ਇੱਕ ਸਵਾਹ ਦੀ ਢੇਰੀ ਬਣ ਜਾਂਦਾ ਨਾ, ਉਹ ਸਵਾਹ ਦੀ ਢੇਰੀ ਵੀ ਸਾਡੀ ਪਾਇਆਂ ਨਹੀਂ ਹੈ, ਕਿਉਂਕਿ ਉਹ ਵੀ ਉੱਡ ਪੁੱਡ ਜਾਂਦੀ ਹੈ, ਸਾਡੇ ਪੱਲੇ ਤੇ ਕੱਖ ਵੀ ਨਹੀਂ। ਆ ਸਾਡਾ ਤੇ ਇੱਕ ਨਾਮਨਾ ਵੀ ਨਹੀਂ ਰਹਿ ਜਾਂਦਾ, ਸਾਡਾ ਉਹ ਨਾਮਨਾ ਵੀ ਮੁੱਕ ਜਾਂਦਾ। ਤੇ ਮਾਲਕ ਜੀ ਅੱਜ ਕਹਿ ਰਹੇ, ਕਹਿੰਦੇ ਜੀ ਜੰਤ ਸਭ ਸ਼ਰਨ ਤੁਮਾਰੀ, ਰੱਬ ਜੀ ਸਾਰੇ ਜੀਵ ਤੁਹਾਡੀ ਸ਼ਰਨ ਵਿੱਚ ਨੇ। ਤੁਸੀਂ ਕੀ ਕਰਦੇ ਹੋ? ਆਪੇ ਧਰ ਦੇਖੇ, ਆਪੇ ਜੀਵਾਂ ਨੂੰ ਧਰ ਕੇ ਦੇਖ ਰਹੇ ਹੋ ਕਿ ਕੱਚੀ ਪੱਕੀ ਸਾਰੀ। ਇਸ ਜੀਵ ਨੂੰ ਨਾ ਆਪੇ ਤੁਸੀਂ ਰੱਖਿਆ ਹੋਇਆ ਹੈ, ਤੇ ਕਈਆਂ ਨੂੰ ਕੱਚੇ ਬਣਾਇਆ ਹੋਇਆ ਤੇ ਕਈਆਂ ਨੂੰ ਪੱਕੇ ਬਣਾਇਆ ਹੋਇਆ। ਕੱਚੇ ਔਰ ਪੱਕੇ ਤੋਂ ਭਾਵ ਕੀ? ਸਾਰੀ ਲਫ਼ਜ਼ ਵਰਤਿਆ ਜਾਂਦਾ ਚੌਪੜ ਦੀ ਖੇਡ ਦੇ ਵਿੱਚ ਵਰਤੀਆਂ ਜਾਂਦੀਆਂ ਗੀਟੀਆਂ, ਜਿਹੜੀਆਂ ਛੋਟੇ ਛੋਟੇ ਠਿਕਰੀਆਂ ਵਰਤੀਆਂ ਜਾਂਦੀਆਂ ਨਾ। ਚੌਪੜ ਨੂੰ ਸ਼ਤਰੰਜ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸ਼ਤਰੰਜ ਦੀ ਬਾਜੀ ਦੇ ਅੰਦਰ ਜਿਹੜੀਆਂ ਗੀਟੀਆਂ, ਜਿਹੜੀਆਂ ਡਿਕਰੀਆਂ ਵਰਤੀਆਂ ਜਾ ਰਹੀਆਂ ਨੇ, ਉਹਨਾਂ ਦੇ ਲਈ ਸਾਰੀ ਲਫ਼ਜ਼ ਸਤਿਗੁਰੂ ਵਰਤ ਰਹੇ। ਹੁਣ ਉਹਦੇ ਵਿੱਚ ਹੁੰਦਾ ਕੀ ਹੈ, ਜੋ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਇੱਕ ਚੱਲਦੀ ਹੋਈ ਨਰਦ, ਇੱਕ ਚੱਲਦੀ ਹੋਈ ਸਾਰੀ ਜਿਹੜੀ ਹੈ, ਜਦੋਂ ਵਾਰੀ ਅਗਾਂਹ ਤੋਂ ਅਗਾਂਹ ਤੁਰਦੀ ਜਾਂਦੀ ਹੈ, ਜਦੋਂ ਉਹ 42 ਘਰ ਲੰਘ ਜਾਂਦੀ ਹੈ, ਇਹ ਸਾਰੀ ਖੇਡ ਦਾ ਉਹਨਾਂ ਨੇ ਉੱਥੇ ਜ਼ਿਕਰ ਕੀਤਾ
42 ਘਰ ਲੰਘ ਜਾਣ ਤੋਂ ਬਾਅਦ ਵਿੱਚ ਜਦੋਂ ਅਗਲੇ ਘਰ ਵਿੱਚ ਪਹੁੰਚ ਜਾਂਦੀ ਤੇ ਉਹ ਕੀ ਹੋ ਜਾਂਦੀ? ਪੱਕੀ ਹੋ ਜਾਂਦੀ। ਤੇ ਜਿਹੜੀ ਅਜੇ ਤੱਕ ਆਪਣੇ ਹੀ ਘਰ ਦੇ ਅੰਦਰ ਬੈਠੀ ਹੈ ਤੇ ਕਹਿੰਦੇ ਉਹ ਅਜੇ ਤੱਕ ਕੀ ਹੈ? ਕੱਚੀ ਹੈ, ਉਹਨੇ ਅਜੇ ਆਪਣਾ ਆਪਾ ਸਵਾਰਿਆ ਨਹੀਂ। ਇਹਦੇ ਵਿੱਚ ਕਹਿ ਸਕਦੇ ਆ, ਇੱਥੇ ਲਫ਼ਜ਼ ਕੱਚੀ ਔਰ ਪੱਕੀ ਵਰਤ ਰਹੇ ਸਤਿਗੁਰੂ, ਵੀ ਜਿਨ੍ਹਾਂ ਨੇ ਤੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਆਪਣੀ ਸਾਂਝ ਬਣਾ ਲਈ ਉਹ ਤੇ ਬਣ ਗਏ ਪੱਕੇ। ਤੇ ਜਿਹੜੇ ਅਜੇ ਤੱਕ ਇਹਨਾਂ ਜੂਨਾਂ ਦੇ ਵਿੱਚ ਹੀ ਪਏ ਨੇ ਜਾਂ ਅਜੇ ਤੱਕ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਸਖਣੇ ਨੇ, ਉਹਦੇ ਲਈ ਲਫ਼ਜ਼ ਸਤਿਗੁਰੂ ਕੱਚੀ ਵਰਤ ਰਹੇ। ਕੱਚੀ ਔਰ ਪੱਕੀ ਸਾਰੀ ਰੱਬ ਜੀ ਆਪੇ ਸਾਰੀ ਦੀ ਸਾਰੀ ਖੇਡ ਰਚ ਰਹੇ ਨੇ। ਉਹਨਾਂ ਨੇ ਇਹ ਸਾਰੀ ਖੇਡ ਰਚੀ ਹੋਈ। ਇਸ ਰਚੀ ਹੋਈ ਖੇਡ ਦੇ ਅੰਦਰ ਉਹ ਜੀਵਾਂ ਨੂੰ ਰੱਖ ਰਹੇ ਨੇ ਆਪੇ। ਧਰ ਮਤਲਬ ਧਰ ਕੇ, ਰੱਖ ਕੇ, ਦੇਖ ਰਿਹਾ ਕਿ ਕੱਚੀ ਪੱਕੀ ਸਾਰੀ, ਵੀ ਕਿਹੜੀ ਜਿਹੜਾ ਵਾਰੀ ਹੈ, ਕਿਹੜੀ ਜਿਹੜੀ ਡਿਕਰੀ ਹੈ ਉਹ ਪੱਕੀ ਹੈ ਔਰ ਕਿਹੜੀ ਕੱਚੀ ਹੈ। ਇਸ ਤਰ੍ਹਾਂ ਕਹਿ ਲਈਏ ਵੀ ਜਿਹੜੇ ਗੁਰੂ ਵਾਲੇ ਬਣ ਗਏ, ਰੱਬ ਜੀ ਵਾਲੇ ਬਣ ਗਏ, ਉਹ ਪੱਕ ਗਏ। ਤੇ ਜਿਹੜੇ ਅਜੇ ਤੱਕ ਰੱਬ ਜੀ ਦੀ ਪ੍ਰਾਪਤੀ ਤੋਂ ਸਖਣੇ ਤੇ ਉਹ ਕੱਚੇ ਨੇ, ਉਹਨਾਂ ਦੀ ਵਾਰੀ ਜਿਹੜੀ ਹੈ ਉਹ ਕਿਸੇ ਵੀ ਵਕਤ ਉਹ ਇਉਂ ਕਹਿ ਲਓ, ਇਸ ਹੁਣ ਜਾਣਾ ਤੇ ਪੱਕਿਆਂ ਨੇ ਵੀ ਹੈ ਤੇ ਜਾਣਾ ਕੱਚਿਆਂ ਨੇ ਵੀ ਹੈ। ਪਰ ਕੱਚੇ ਜਿਹੜੇ ਨੇ ਉਹ ਸੰਸਾਰ ਤੋਂ ਆਪਣਾ ਨਾਮਨਾ ਤੱਕ ਮਿਟਾ ਜਾਂਦੇ ਨੇ, ਪਰ ਜਿਹੜੇ ਪੱਕੇ ਨੇ ਉਹ ਸੰਸਾਰ ਤੋਂ ਉਹਨਾਂ ਦੀ ਹੋਂਦ ਤੇ ਮੁੱਕ ਜਾਂਦੀ ਹੈ, ਸਰੀਰਕ ਹੋਂਦ ਤੇ ਮੁੱਕ ਜਾਂਦੀ ਹੈ, ਪਰ ਉਹਨਾਂ ਦਾ ਨਾਮਨਾ ਸੰਸਾਰ ਤੋਂ ਕਦੇ ਵੀ ਮਿਟਿਆ ਨਹੀਂ। ਉਹ ਪਰਮੇਸ਼ਵਰ ਇਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਸੰਸਾਰ ਦੀ ਖੇਡ ਰਚ ਰਹੇ। ਫਿਰ ਅਨ ਦਿਨ ਰਾਤ ਆਪੇ ਕਾਰ ਕਰਾਏ, ਉਹ ਆਪੇ ਜੀਵਾਂ ਤੋਂ ਸਾਰੀ ਕਾਰ ਕਰਾਉਂਦੇ ਨੇ, ਆਪੇ ਮੇਲ ਮਿਲਾਵਣਿਆ ਤੇ ਆਪੇ ਹੀ ਆਪਣਾ ਮੇਲ ਬਖਸ਼ ਕੇ ਜੀਵਾਂ ਨੂੰ ਆਪਣੇ ਨਾਲ ਉਹ ਪਰਮੇਸ਼ਵਰ ਜੀ ਮਿਲਾ ਲੈਂਦੇ ਨੇ। ਕਾਰ ਉਹ ਪਰਮੇਸ਼ਵਰ ਹੀ ਕਰਾਉਂਦਾ ਹੈ ਔਰ ਜੀਵ ਨੂੰ ਕਿਤੇ ਇਹ ਲੱਗਦਾ ਹੈ ਵੀ ਸ਼ਾਇਦ ਮੈਂ ਆਪਣੀ ਮਰਜ਼ੀ ਦਾ ਕਰਮ ਕਰ ਰਿਹਾ, ਆਪਣੀ ਮਰਜ਼ੀ ਦੇ ਨਾਲ ਮੈਂ ਹਰ ਇੱਕ ਕਰਮ ਕਰਦਾ ਹੋਇਆ ਆਪਣੀ ਜ਼ਿੰਦਗੀ ਆਪ ਜਿਉ ਰਿਹਾ, ਪਰ ਪਰਮੇਸ਼ਵਰ ਆਪ ਹੀ ਜੀਵ ਨੂੰ ਆਪਣੇ ਅਧੀਨ ਚਲਾਉਂਦਾ ਹੋਇਆ ਹਰ ਕਰਮ ਜੀਵ ਤੋਂ ਕਰਾਉਂਦਾ ਹੈ। ਇਹ ਬਸ ਇੱਕ ਮੋਹਰਾ ਹੈ ਜਿਹਨੂੰ ਪਰਮੇਸ਼ਵਰ ਵਰਤ ਰਿਹਾ, ਚਲਾ ਰਿਹਾ, ਪਰ ਇਹਨੂੰ ਮਹਿਸੂਸ ਹੁੰਦਾ ਕਿ ਮੈਂ ਆਪਣੀ ਮਰਜ਼ੀ ਕਰ ਰਿਹਾ, ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉ ਰਿਹਾ। ਪਰ ਨਹੀਂ, ਰੱਬ ਜੀ ਦੇ ਅਨੁਸਾਰੀ ਹੀ ਉਹਦੇ ਹੁਕਮ ਵਿੱਚ ਬੱਝਿਆਂ ਹੋਇਆਂ ਸਾਨੂੰ ਚੱਲਣਾ ਪੈਂਦਾ। ਉਹਦੇ ਤੋਂ ਅਸੀਂ ਕਦੇ ਮੁਨਕਰ ਹੋ ਕੇ ਨਹੀਂ ਚੱਲ ਸਕਦੇ। ਤੇ ਗੁਰੂ ਸਾਹਿਬ ਆਖਦੇ, ਜਿਹੜੇ ਜੀਵਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਨਾਲ ਜੋੜ ਲਿਆ, ਉਹ ਰੱਬ ਜੀ ਨਾਲ ਮੇਲ ਹਾਸਲ ਕਰਕੇ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਹੀ ਸਮਾ ਜਾਂਦੇ ਨੇ। ਉਸ ਰੱਬ ਜੀ ਨਾਲ ਲੀਨਤਾ ਹਾਸਲ ਕਰ ਲੈਂਦੇ ਹਨ। ਤੂੰ ਆਪੇ ਮੇਲੈ ਵੇਖੈ ਹਦੂਰ, ਸਭ ਮਹਿ ਆਪ ਰਹਿਆ ਭਰਪੂਰ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਜੀ ਭਾਵਣਿਆ। ਹੁਣ ਅਖੀਰੀ ਪਦੇ ਵਿੱਚ ਆ ਕੇ ਜੋ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਤੂੰ ਆਪੇ ਮੇਲੈ। ਇੱਕ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਜਿੱਥੇ ਗੁਰੂ ਬਾਬਾ ਜੀ ਜ਼ਿਕਰ ਕਰਦੇ ਆ, ਕਹਿੰਦੇ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ। ਰੱਬ ਨੂੰ ਮਿਲਣ ਵਾਸਤੇ ਹਰ ਕੋਈ ਤੜਫ ਰਿਹਾ, ਇਹਦੇ ਚ ਕੋਈ ਅਤ ਕਥਨੀ ਨਹੀਂ। ਜਿਹੜਾ ਰੱਬ ਦੀ ਹੋਂਦ ਨੂੰ ਜਾਣਦਾ ਉਹ ਜੀਵ ਰੱਬ ਤੱਕ ਪਹੁੰਚਣ ਦੀ ਇੱਛਾ ਵੀ ਰੱਖਦਾ, ਪਰ ਰੱਬ ਜੀ ਨਾਲ ਮਿਲਣਾ ਆਪਣਾ ਜ਼ੋਰ ਨਹੀਂ ਹੈ ਵੀ ਮੈਂ ਉੱਠ ਕੇ ਕਹਾਂ ਮੈਂ ਰੱਬ ਨਾਲ ਮਿਲਣਾ ਤੇ ਚਲੋ ਰੱਬ ਨਾਲ ਮਿਲ ਲਿਆ, ਨਹੀਂ। ਤੇ ਜਾਂ ਮੈਂ ਬੈਠਾ ਹੀ ਆਖੀ ਜਾਵਾਂ ਆਪਾਂ ਤੇ ਰੱਬ ਤੱਕ ਪਹੁੰਚ ਗਏ, ਨਹੀਂ, ਇਹ ਖੇਡ ਨਹੀਂ ਹੈ। ਸਤਿਗੁਰੂ ਕਹਿੰਦੇ ਉਹ ਰੱਬ ਜੀ ਨਾਲ ਮਿਲਣਾ ਮਤਲਬ ਰੱਬ ਜੀ ਦੀ ਬਖਸ਼ਿਸ਼ ਨੂੰ ਹਾਸਲ ਕਰਨਾ। ਤੇ ਕਿਸੇ ਦੇ ਕੋਲੋਂ ਬਖਸ਼ਿਸ਼ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ। ਜਿਵੇਂ ਆਪਾਂ ਸੌਖੇ ਰੂਪ ਚ ਕਹਿ ਲਈਏ, ਮੈਂ ਕਿਸੇ ਮਨੁੱਖ ਦੇ ਕੋਲੋਂ ਉਹਦੀ ਕਿਰਪਾ ਲੈਣੀ ਹੋਵੇ, ਕਿਸੇ ਮਨੁੱਖ ਕੋਲੋਂ ਬਖਸ਼ਿਸ਼ ਲੈਣੀ ਹੋਵੇ, ਤੇ ਕੀ ਮੈਂ ਉਹਨੂੰ ਜਾ ਕੇ ਕਹਾਂਗਾ ਵੀ ਮੇਰੇ ਤੇ ਬਖਸ਼ਿਸ਼ ਕਰ ਤੇ ਉਹ ਬਖਸ਼ਿਸ਼ ਕਰ ਦੇਗਾ? ਨਹੀਂ।
ਜੇ ਮੈਂ ਉਹਦੀ ਖੁਸ਼ੀ ਲੈਣੀ ਹੈ, ਉਹਦੀ ਪ੍ਰਸੰਨਤਾ ਦਾ ਪਾਤਰ ਬਣਨਾ, ਤੇ ਮੈਨੂੰ ਆਪਣਾ ਆਪਾ ਉਹਦੇ ਅਨੁਸਾਰ ਹੀ ਬਣਾਉਣਾ ਪਏਗਾ। ਫਿਰ ਮੈਂ ਉਹਦੀ ਬਖਸ਼ਿਸ਼ ਦਾ, ਉਹਦੀ ਖੁਸ਼ੀ ਦਾ ਪਾਤਰ ਬਣਾ। ਸੁਭਾਵਿਕ ਜਿਹੀ ਗੱਲ ਹੈ। ਇੱਕ ਇਨਸਾਨ ਦੇ ਕੋਲੋਂ ਜੇ ਅਸੀਂ ਖੁਸ਼ੀ ਦੇ ਪਾਤਰ ਬਣਨਾ ਚਾਹੁੰਦੇ ਆ ਤੇ ਸਾਨੂੰ ਆਪਣਾ ਆਪਾ ਉਹਦੇ ਅਨੁਸਾਰ ਹੀ ਬਣਾਉਣਾ ਪੈਂਦਾ, ਫਿਰ ਅਸੀਂ ਉਹਦੀ ਖੁਸ਼ੀ ਦੇ ਪਾਤਰ ਬਣਦੇ ਹਾਂ। ਤੇ ਜੇ ਅਸੀਂ ਆਪਣਾ ਆਪਾ ਉਹਦੇ ਖਿਲਾਫ ਬਣਾ ਲਈਏ, ਸੌਖੇ ਰੂਪ 'ਚ ਹੋਰ ਆਪਾਂ ਜੇ ਸਮਝੀਏ, ਇੱਕ ਨੌਕਰ ਹੈ, ਇੱਕ ਸੇਵਕ ਹੈ ਜਿਹੜਾ ਆਪਣੇ ਮਾਲਕ ਦੀ ਖੁਸ਼ੀ ਚਾਹੁੰਦਾ ਹੈ। ਹੁਣ ਉਹਨੂੰ ਮਾਲਕ ਦੀ ਖੁਸ਼ੀ ਕਿਵੇਂ ਮਿਲੇਗੀ? ਚਾਕਰ ਲੱਗਾ ਚਾਕਰੀ, ਜੇ ਚੱਲੇ ਖਸਮੇ ਪਾਏ, ਆਹ ਖੁਸ਼ੀ ਦਾ ਤਰੀਕਾ ਹੈ। ਜੇ ਉਹਨੇ ਪ੍ਰਸੰਨਤਾ ਹਾਸਲ ਕਰਨੀ ਹੈ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜ੍ਹਾ ਪੇ ਦੂਣਾ ਖਾਏ। ਕਿੱਡੀ ਖੁਸ਼ੀ ਮਿਲੀ, ਪ੍ਰਸੰਨ ਹੋਇਆ ਨਾ। ਜਦੋਂ ਖਸਮ ਦੇ ਭਾਏ ਵਿੱਚ ਨੌਕਰ ਚੱਲਿਆ, ਚਾਕਰ ਚੱਲਿਆ, ਤੇ ਖਸਮ ਪ੍ਰਸੰਨ ਹੋ ਗਿਆ। ਉਹਨੇ ਕੀ ਕੀਤਾ? ਉਹਨੇ ਜਿਹੜੀ ਉਹਦੇ ਨਾਲ ਬਾਤ ਕੀਤੀ ਸੀ ਤਨਖਾਹ ਦੀ ਜਾਂ ਉਹਦੇ ਨਾਲ ਧਨ ਦੀ ਬਾਤ, ਉਹ ਤੇ ਦਿੱਤਾ ਹੀ ਦਿੱਤਾ। ਉਹ ਜਿੱਥੇ ਉਹਨੂੰ ਉਹਦੀ ਤਨਖਾਹ, ਉਹਦਾ ਧਨ ਮਿਲਿਆ, ਉਦੋਂ ਬਿਨਾ ਇਨਾਮ ਵਜੋਂ ਉਹਨੇ ਬਖਸ਼ਿਸ਼ ਬਹੁਤ ਹਾਸਲ ਕੀਤੀ ਆਪਣੇ ਮਾਲਕ ਦੇ ਕੋਲੋਂ। ਪਰ ਦੂਜਾ ਪੱਖ ਰੱਖਿਆ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜ੍ਹਾ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀ ਹੈ ਸ਼ਾਬਾਸ਼। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੇ ਅਰਦਾਸ। ਦੋਵੇਂ ਪੱਖ ਰੱਖੇ ਸਾਹਿਬ ਨੇ। ਚਾਕਰ ਉਹਨੇ ਉਹ ਪ੍ਰਸੰਨਤਾ ਦਾ ਪਾਤਰ ਬਣਿਆ ਜਿਹੜਾ ਉਹਦੇ ਭਾਏ ਵਿੱਚ ਚੱਲਿਆ, ਤੇ ਦੂਜੇ ਪਾਸੇ ਖਸਮੇ ਕਰੇ ਬਰਾਬਰੀ, ਜਿਹੜਾ ਕਹਿੰਦਾ, ਜਦੋਂ ਮਾਲਕ ਨੇ ਕਿਹਾ ਵੀ ਆਹ ਕੰਮ ਕਰ, ਤੇ ਅੱਗੋਂ ਚਾਕਰ ਜਿਹੜਾ, ਨੌਕਰ ਜਿਹੜਾ, ਉਹ ਅੱਗੋਂ ਕਹਿੰਦਾ ਵੀ ਮੈਂ ਤੇ ਨਹੀਂ ਕਰਦਾ, ਜਾਂ ਕਰ ਲਾ ਤੇਰੇ ਕੋਲੋਂ ਹੁੰਦਾ। ਤੇ ਫਿਰ ਹੁਰਮਤ, ਜਿੱਥੇ ਉਹਨੂੰ ਦੁੱਗਣੀ ਤਨਖਾਹ ਮਿਲ ਰਹੀ ਸੀ, ਇਨਾਮ ਵਜੋਂ ਬਖਸ਼ਿਸ਼ਾਂ ਮਿਲ ਰਹੀਆਂ ਸੀ, ਉੱਥੇ ਫਿਰ ਗੈਰਤ ਅੰਦਰ ਪਾਏ, ਵਜ੍ਹਾ ਗਵਾਏ ਅਗਲਾ, ਆਪਣੀ ਤਨਖਾਹ ਵੀ ਗਵਾ ਲੈਂਦਾ, ਮੂੰਹੇ ਮੂੰਹ ਪਾਣਾ ਖਾਏ, ਨਾਲੇ ਖਸਮ ਦੇ ਦਰ ਤੋਂ ਧੱਕੇ ਵੱਜਦੇ, ਜਾ ਚਲਾ ਜਾ, ਜੇ ਤੂੰ ਕੰਮ ਹੀ ਨਹੀਂ ਕਰਨਾ ਤੇ ਮੈਂ ਤੈਨੂੰ ਰੱਖ ਕੇ ਕੀ ਕਰਨਾ, ਵੀ ਤੂੰ ਜਾ, ਤੂੰ ਆਪਣਾ ਰਾਹ ਮਾਪ, ਮੈਂ ਕਿਸੇ ਹੋਰ ਚਾਕਰ ਨੂੰ ਲੱਭ ਲੈਣਾ, ਮੈਂ ਕੋਈ ਨੌਕਰ ਹੋਰ ਲੱਭ ਲੈਣਾ। ਵਜ੍ਹਾ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਤੇ ਗੁਰੂ ਸਾਹਿਬ ਕਹਿੰਦੇ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ਼। ਜਿਹਦਾ ਦਿੱਤਾ ਹੋਇਆ ਅਸੀਂ ਖਾਂਦੇ ਆ, ਸਾਡਾ ਫਰਜ਼ ਬਣਦਾ ਉਹਨੂੰ ਚੰਗਾ ਆਖਣਾ, ਉਹਦੀ ਵਡਿਆਈ ਗਾਉਣੀ। ਨਾਨਕ ਹੁਕਮ ਨਾ ਚੱਲਈ, ਹੇ ਨਾਨਕ ਜੀਓ, ਉਸ ਖਸਮ ਦੇ ਅੱਗੇ ਹੁਕਮ ਨਹੀਂ ਚੱਲਦਾ, ਨਾਲ ਖਸਮ ਚੱਲੇ ਅਰਦਾਸ। ਆਪਣੇ ਮਾਲਕ ਦੇ ਅੱਗੇ ਬੇਨਤੀ ਚੱਲਦੀ ਹੈ, ਮਾਲਕ ਦੇ ਅੱਗੇ ਅਰਜ਼ੋਈ ਚੱਲਦੀ ਹੈ, ਮਾਲਕ ਦੇ ਅੱਗੇ ਕਦੇ ਹੁਕਮ ਨਹੀਂ ਚੱਲਿਆ। ਅੱਜ ਦਾ ਪਾਵਨ ਬਚਨ, ਤੂੰ ਆਪੇ ਮਿਲਣਾ। ਹੁਣ ਉਹਦੀ ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ, ਤੇ ਉਹਦੀ ਬਖਸ਼ਿਸ਼ ਕਿਵੇਂ ਮਿਲੇਗੀ? ਜਦੋਂ ਅਸੀਂ ਉਹਦੀ ਰਜ਼ਾ ਵਿੱਚ ਚੱਲਾਂਗੇ, ਉਹਦੇ ਹੁਕਮ ਵਿੱਚ ਚੱਲਾਂਗੇ, ਉਹਦੇ ਅਨੁਸਾਰੀ ਬਣ ਕੇ ਚੱਲਾਂਗੇ। ਜਿਵੇਂ ਰੱਬ ਕਹਿ ਰਿਹਾ ਭਲੇ ਕਰਮ ਕਰੋ, ਸਾਨੂੰ ਭਲੇ ਕਰਮ ਕਰਨੇ ਪੈਣਗੇ। ਰੱਬ ਬੁਰਾ ਕਰਨ ਵਾਸਤੇ ਕਹਿੰਦਾ ਨਹੀਂ, ਨਾ ਹੀ ਰੱਬ ਬੁਰਾ ਕਰਵਾਉਂਦਾ ਹੈ। ਬੁਰਾ ਜੀਵ ਆਪੇ ਕਰਦਾ, ਤੇ ਆਪੇ ਹੀ ਜੀਵ ਬੁਰੇ ਕਰਮ ਕਮਾਉਂਦਾ ਹੈ। ਰੱਬ ਜੀ ਜੇ ਭਲਾ ਕਰਨ ਵਾਸਤੇ ਕਹਿ ਰਹੇ, ਤੇ ਫਿਰ ਸਾਡਾ ਫਰਜ਼ ਬਣਦਾ ਭਲਾ ਕਰਨਾ। ਜਿੱਦਣ ਅਸੀਂ ਭਲਾ ਕਰਾਂਗੇ, ਉਦਣ ਹੀ ਉਹਦੀ ਖੁਸ਼ੀ ਦੇ ਪਾਤਰ ਬਣਾਂਗੇ, ਉਹਦੀ ਬਖਸ਼ਿਸ਼ ਦੇ ਪਾਤਰ ਬਣਾਂਗੇ। ਕਹਿੰਦੇ, ਤੂੰ ਆਪੇ ਮਿਲੈ ਰੱਬ ਜੀਓ, ਤੁਸੀਂ ਆਪਣੇ ਨਾਲ ਆਪ ਹੀ ਮਿਲਦੇ ਹੋ। ਵੇਖੈ ਹਦੂਰ, ਆਪੇ ਹੀ ਜੀਵਾਂ ਨੂੰ, ਸਭਨਾਂ ਨੂੰ ਤੁਸੀਂ ਵੇਖ ਰਹੇ ਹੋ। ਇਹਨਾਂ ਦੇ ਉੱਤੇ ਤੁਹਾਡੀ ਨਜ਼ਰ ਵੀ ਹੈ, ਤੇ ਸਭ ਮੈਂ ਆਪ ਰਹਿਆ ਭਰਪੂਰ। ਤੇ ਇਹਨਾਂ ਉੱਤੇ ਨਜ਼ਰ ਤੁਸੀਂ ਇਹ ਨਹੀਂ ਵੀ ਵੱਖਰੇ ਬਹਿ ਕੇ ਤੁਸੀਂ ਸਭਨਾਂ ਤੇ ਨਜ਼ਰ ਰੱਖੀ ਹੈ। ਕਹਿੰਦੇ ਨਹੀਂ, ਸਭ ਮੈਂ ਆਪ ਰਹਿਆ ਭਰਪੂਰ, ਸਾਰਿਆਂ ਦੇ ਵਿੱਚ ਤੁਸੀਂ ਆਪ ਪੂਰੇ ਹੋਏ ਹੋ। ਸਭਨਾਂ ਵਿੱਚ ਬੈਠ ਕੇ ਤੁਸੀਂ ਸਭਨਾਂ ਦੇ ਉੱਤੇ ਆਪਣੀ ਨਜ਼ਰ ਜਿਹੜੀ ਉਹਨੂੰ ਰੱਖਿਆ ਹੋਇਆ ਹੈ। ਨਾਨਕ ਆਪੇ ਆਪ ਵਰਤੈ, ਹੇ ਨਾਨਕ ਜੀਓ, ਉਹ ਪਰਮੇਸ਼ਵਰ ਆਪ ਹੀ ਆਪ ਵਰਤ ਰਿਹਾ ਹੈ। ਗੁਰਮੁਖ ਸੋਝੀ ਪਾਵਣਿਆ, ਗੁਰੂ ਦੇ ਰਾਹੀਂ, ਜਾਂ ਇਉਂ ਕਹਿ ਲਓ ਗੁਰੂ ਵਾਲਾ ਬਣ ਕੇ ਜੀਵ ਇਸ ਗੱਲ ਦੀ ਸੋਝੀ ਹਾਸਲ ਕਰ ਲੈਂਦਾ ਹੈ
कि वो परमेश्वर तो बिना कोई दूजी ताकत नहीं वरत रही। एक रब ही है जिहड़ा सारे दे सारे समाज उत्ते वरत रहा है। इंसान दे मन विच सिर्फ एक भरम है, जिहड़ा भरम इस गल दा प्रगटावा कर रहा भी मेरी होंद वखरी है ते रब एक वखरा है। बस उसे तरह जिवें किते सोने दे बने हुए गहणियां दे मन अंदर गुमान आ जाए, गहणियां दे मन अंदर विचार पैदा हो जाए कि असीं वखरे हाँ ते सोना वखरा है। एक गुमान गहणियां विच पैदा होया, पर उन्हां गहणियां नूं जदों सुनियारा मलिया मेट करदा है, गहणियां नूं तोड़ दिंदा है, ते उन्हां दे मन अंदरला गुमान भी मुक जांदा है, क्योंकि उन्हां नूं भी अखीर बाद विच उन्हां गहणियां नूं नज़र नहीं पैंदा भी असीं साह ते वखरे साडी नज़र विच, पर हुण पता लगा असीं वखरे नहीं हाँ, उसे सोने दा रूप जिन्हों असीं अज तक अपना मन्नण तो इनकारी हो के बैठे सां। इसे तरह असीं सानूं लगदा है असीं वो गहणे आ जिहड़े सोने विचों बने हुए हाँ, ते सानूं लगदा है साडी होंद वखरी है। ते गुरु रूप सुनियारा जदों साडा असला ते साडी असलीयत साडे सामने रखदा है, ते फिर सानूं पता लगदा भी नहीं साडी होंद उस परमेश्वर वाली होई है जिन्हों असीं अज तक अपने आप तो वखरा समझते रहे ते अपनी होंद वखरी जानते रहे। साडी होंद उहदे वर्गी होई है, असीं उहदे विचों ही पैदा होए हाँ, उहदे तो वखरे नहीं। जे सोना ना हुंदा ते साडी होंद भी नहीं सी होनी, जे परमेश्वर ना हुंदा ते साडी होंद भी नहीं सी होनी। उन्हें अपने विचों ही सानू जीवां नूं पैदा कीता, सानू बनाया। असीं शिंगारे हुए जरूर हाँ, पर रब जी तो कदे मुनकर नहीं हो सकते। बस इसे तरह गुरु साहब अज सानू समझाउंदियां कह रहे, जो उपदेश दे रहे कि असीं अपने मना पिछे लग के मना दी बिरती धारण करके अपनी होंद नूं असीं वखरियां समझ लैने आ, जिस करके जीव संसार ते रहिंदा वो कर्म कमाउंदा जिहड़े कर्म इहदी रब नालों दूरी बनाई जांदे ने, और रब नालों बहुत दूरी वध जांदी है सिर्फ अपने मन मगर लग के। पर जे किते जीव गुरु के शब्द नूं अपनी जिंदगी च अपना लए, गुरु दी दित्ती सिੱਖਿਆ नूं समझ लए, गुरु दी दित्ती सिੱਖਿਆ जिस दिन समझ लैंदा, जिवें सुनियारे दे दित्ती हुई सिੱਖਿਆ नूं सोने ने समझिया ते उन्होंने पता लगा भी जे मैं प्योरिटी हासिल करनी है तो मैनू उदण मिलेगी जदन मैं कसवट्टी उत्ते अपना आपा रख के ते अपने विचली मिलावट खत्म करांगा, फिर नज़र ही पएगा मैं सोने दा रूप हाँ। उसे तरह जिदन असीं गुरु दे शब्द रूपी कसवट्टी ते अपना आपा रखांगे, फिर समझ लगेगी कहो कबीर ए राम की अंश, असीं उसे परमेश्वर दी अंश हाँ, उहदे तो वखरे नहीं। बस बात यह है भी मन दी विचारधारा छड्ड के गुरु के शब्द दी विचारधारा अपनाउणी पएगी। जिदन शब्द दी समझ लगी उदन मन नाल साडा झगड़ा होएगा। मन दे झगड़े विचों शब्द हमेशा जितदा है, शब्द कदे हारदा नहीं। फिर मनसावां सारियां मन दियां मुक जांदियां ते मन सहज अंदर टिक जांदा है। फिर गुरु के शब्द राही सारी सोझी पैंदी है कि वो अकाल पुरख परमेश्वर आप ही आप वरत रहा, आपे संसार की सिरजना, आपे सारी सृष्टि की सिरजना कर रहा, संसार नूं बना रहा, संसार नूं ढह ढेरी कर रहा, आपे ही जीवां नूं पैदा करके आपे इन्हां तो कर्म कमाउंदा, आपे ही इन्हां नूं अपना मिलाप ते मेल बख्शदा है, आपे ही इन्हां नूं अपनी नज़र तो सखणियां रख के माया विच गलतान रखदा है। ये सारा कुछ वो परमेश्वर आपे ही पाई हुई नारद खेडी हुई बाजी दे अंदर कर्म कमाउंदा, आपे जीवां नूं कच्चे पक्के आधार उत्ते रखदियां होइयां पक्कियां नूं अपना मेल ते कच्चियां नूं भटकणा दे विच रखदा है। इस तरह सारी दी सारी संसार दी राव जिहड़ी वो चलदी है। मालिक पातशाह जी ने जो उपदेश बख्शिया सारियां थावां ते वो सच्चा है, उहदे तो बिना कोई दूजी थां नहीं, और आपे ही वो टिकिया है।
ਉਹ ਅਸਥਾਨ ਵੀ ਸਦੀਵ ਸੱਚ ਬਣ ਜਾਂਦਾ ਹੈ, ਜਿਹੜਾ ਉਸ ਸੱਚ ਨੂੰ ਭਾ ਜਾਏ, ਸੱਚ ਨਾਲ ਜਿਹੜਾ ਆਪਣਾ ਆਪਾ ਜੋੜ ਲਏ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ, ਸਾਡੇ ਸਭਨਾ ਜੀਵਾਂ ਦੇ ਸਿਰਾਂ ਉੱਤੇ ਮਾਲਕ ਜੀ ਆਪਣਾ ਬਖਸ਼ਿਸ਼ ਭਰਿਆ, ਮਿਹਰ ਭਰਿਆ ਹੱਥ ਰੱਖਣ। ਕਿਤੇ ਸਤਿਗੁਰੂ ਜੀ ਦੀ ਰਹਿਮਤ ਸਦਕਾ ਅਸੀਂ ਵੀ ਆਪਣਾ ਆਪਾ ਸੱਚ ਨਾਲ ਜੋੜ ਲਈਏ ਤੇ ਉਹ ਗੁਰੂ ਕੇ ਸ਼ਬਦ ਨੂੰ ਆਪਣੀ ਜ਼ਿੰਦਗੀ 'ਚ ਕਮਾਉਂਦਿਆਂ ਹੋਇਆਂ ਅਸੀਂ ਵੀ ਸਾਹਿਬ ਦਾ ਮਿਲਾਪ ਤੇ ਮੇਲ ਹਾਸਲ ਕਰ ਸਕੀਏ ਤੇ ਮਾਲਕ ਅੱਗੇ ਹਰ ਵਕਤ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਰਹੀਏ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮਨਾਂ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਸਾਡੇ ਮਨਾਂ ਅੰਦਰ ਵੀ ਕਿਤੇ ਗੁਰੂ ਕਾ ਸ਼ਬਦ ਵਸ ਜਾਏ, ਉਸ ਗੁਰੂ ਕੇ ਸ਼ਬਦ ਅਨੁਸਾਰੀ ਚੱਲਦਿਆਂ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਤੂੰ ਆਪੇ ਮਿਲਹਿ ਵੇਖੈ ਹਦੂਰ, ਸਭ ਮਹਿ ਆਪ ਰਹਿਆ ਭਰਪੂਰ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।